ਸਤਿ ਸ਼੍ਰੀ ਅਕਾਲ ਜੀ। ਹਮਦਰ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਪ੍ਰੋਗਰਾਮ ਇਮੀਗ੍ਰੇਸ਼ਨ ਮੈਟਰਸ ਵਿੱਚ ਮੈਂ ਹਾਂ ਤਰਨਜੀਤ ਕੌਰ ਘੁੰਮਣ ਹਾਜ਼ਰ ਹਾਂ ਜੀ ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ, ਜਿਹਦੇ ਵਿੱਚ ਗੱਲਬਾਤ ਕਰਾਂਗੇ ਅਸੀਂ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ। ਤੁਹਾਡਾ ਕੋਈ ਵੀ ਸਵਾਲ ਹੈ ਸਾਨੂੰ ਅੱਜ ਦੇ ਲਾਈਵ ਪ੍ਰੋਗਰਾਮ ਵਿੱਚ ਤੁਸੀਂ ਕਾਲ ਕਰ ਸਕਦੇ ਹੋ। ਅੱਜ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ ਜਾਣਕਾਰੀ ਉਹਨਾਂ ਦੇ ਲਈ ਖਾਸ ਤੌਰ ਤੇ ਦੇਵਾਂਗੇ ਜਿਹੜੇ ਬਿਜ਼ਨਸਮੈਨ ਨੇ। ਕਿਸੇ ਵੀ ਪ੍ਰਕਾਰ ਦਾ ਤੁਸੀਂ ਬਿਜ਼ਨਸ ਕਰਦੇ ਹੋ ਆਪਣੀ ਕੰਟਰੀ ਦੇ ਵਿੱਚ, ਕੈਨੇਡਾ ਵਿੱਚ ਤੁਹਾਡੇ ਲਈ ਕੀ ਓਪਰਚੁਨਿਟੀਜ਼ ਨੇ, ਕਿਸ ਤਰੀਕੇ ਨਾਲ ਕੈਨੇਡਾ ਵਿੱਚ ਤੁਸੀਂ ਵਰਕ ਪਰਮਿਟ ਲੈ ਕੇ ਇੱਥੇ ਆ ਸਕਦੇ ਹੋ ਤੇ ਆਪਣੀ ਫੈਮਿਲੀ ਦੇ ਨਾਲ ਇੱਥੇ ਸੈਟਲ ਹੋ ਸਕਦੇ ਹੋ। ਸੋ ਇਹਦੇ ਬਾਰੇ ਵਿੱਚ ਤੁਹਾਨੂੰ ਜਾਣਕਾਰੀ ਦੇਵਾਂਗੇ। ਜੇਕਰ ਤੁਹਾਡਾ ਬਿਜ਼ਨਸ ਦੇ ਵਿੱਚ ਇੱਕ ਵਧੀਆ ਵੇ ਨਾਲ ਤੁਹਾਡਾ ਸਿਸਟਮ ਬਣ ਸਕਦਾ ਤਾਂ ਤੁਹਾਨੂੰ ਐਕਸਪ੍ਰੈਸ ਐਂਟਰੀ ਜਾਂ ਦੂਸਰੇ ਸਟੱਡੀ ਬੇਸ ਦੇ ਉੱਤੇ ਆਉਣ ਦੇ ਬਜਾਏ ਬਿਜ਼ਨਸ ਦੇ ਵਿੱਚ ਆ ਕੇ ਤੁਸੀਂ ਇੱਥੇ ਇਨਵੈਸਟਮੈਂਟ ਕਰਕੇ ਆਪਣੀ ਫੈਮਿਲੀ ਨਾਲ ਪੱਕੇ ਹੋ ਸਕਦੇ ਹੋ। ਸੋ ਅੱਜ ਇਹਦੇ ਬਾਰੇ ਵੀ ਜਾਣਕਾਰੀ ਦੇਵਾਂਗੇ, ਨਾਲ ਹੀ ਨਾਲ BC ਦੇ ਬਾਰੇ ਵਿੱਚ ਵੀ ਜਾਣਕਾਰੀ ਦੇਵਾਂਗੇ। ਇੱਕ ਪ੍ਰੋਗਰਾਮ ਨੂੰ ਉਹਨਾਂ ਨੇ ਕੁਝ ਸਮੇਂ ਲਈ ਪੌਜ਼ ਕਰ ਦਿੱਤਾ ਆ, ਸੋ ਇਹਦੇ ਬਾਰੇ ਗੱਲ ਕਰਾਂਗੇ। ਤੇ ਨਾਲ ਹੀ ਅੱਜ ਐਕਸਪ੍ਰੈਸ ਐਂਟਰੀ ਦਾ ਲੇਟੈਸਟ ਡਰਾਅ ਵੀ ਨਿਕਲਿਆ ਆ, ਸੋ ਕੀ 500 ਤੋਂ ਥੱਲੇ ਰਿਹਾ ਜਾਂ 500 ਤੋਂ ਉੱਪਰ ਰਿਹਾ, ਇਹਦੇ ਬਾਰੇ ਗੱਲ ਕਰਾਂਗੇ। ਕਿੰਨੇ ਇਨਵੀਟੇਸ਼ਨਸ ਆਏ ਨੇ, ਸੋ ਇਸ ਸੰਬੰਧੀ ਜਾਣਕਾਰੀ ਦੇਣ ਲਈ ਸਾਡੇ ਨਾਲ ਜੁੜ ਚੁੱਕੇ ਨੇ ਜੀ ICC ਇਮੀਗ੍ਰੇਸ਼ਨ ਤੋਂ ਮਿਸਟਰ ਮਨੂ ਦੱਤਾ ਜੀ। ਸਵਾਗਤ ਹੈ ਸਰ। ਤਰਨ ਜੀ, ਥੈਂਕ ਯੂ ਵੈਰੀ ਮਚ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਤੇ ਸਾਰੇ ਹੀ ਵਿਊਅਰਸ ਨੂੰ ICC ਇਮੀਗ੍ਰੇਸ਼ਨ ਦੀ ਸਮੁੱਚੀ ਟੀਮ ਵੱਲੋਂ MD ਮਨੂ ਦੱਤਾ ਐਂਡ RD ਰਿਪੁਦਮ ਸਿੰਘ ਢਿੱਲੋਂ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ ਐਂਡ ਥੈਂਕ ਯੂ ਵੈਰੀ ਮਚ ਫॉर ਹੈਵਿੰਗ ਅਸ। ਕੀ ਹਾਲ ਚਾਲ ਸਰ? ਆਲ ਗੁੱਡ ਤਰਨ ਜੀ, ਥੈਂਕ ਯੂ। ਸੋ ਇਮੀਗ੍ਰੇਸ਼ਨ ਇਸ ਵਕਤ ਬਹੁਤ ਬਿਜ਼ੀ ਚੱਲ ਰਹੀ ਹੈ। ਪੈਂਡੈਮਿਕ ਤੋਂ ਲੈ ਕੇ ਹੁਣ ਤੱਕ ਕਹਿੰਦੇ ਕਿ ਬਹੁਤ ਬਿਜ਼ੀ ਸੀ, ਬੈਕਲੌਗ ਵੀ ਅੱਗੇ ਨਾਲੋਂ ਘਟ ਗਿਆ ਵਾ। ਤੇ ਜੇ ਗੱਲ ਕੀਤੀ ਜਾਵੇ ਐਕਸਪ੍ਰੈਸ ਐਂਟਰੀ ਦਾ ਡਰਾਅ ਵੀ ਸ਼ੁਰੂ ਹੋ ਚੁੱਕਿਆ ਤੇ ਅੱਜ ਵੀ ਰੀਸੈਂਟਲੀ ਇੱਕ ਡਰਾਅ ਨਿਕਲਿਆ। ਸੋ ਕਿੰਨੇ ਤੱਕ ਪੁਆਇੰਟਸ ਗਏ ਨੇ ਤੇ ਕਿੰਨੇ ਇਨਵੀਟੇਸ਼ਨਸ ਆਏ? ਤਰਨ ਜੀ 504 ਪੁਆਇੰਟਸ ਦੇ ਕੱਟ ਆਫ ਤੇ ਡਰਾਅ ਆਊਟ ਹੋਇਆ। 3750 ਇਨਵੀਟੇਸ਼ਨਸ ਦਿੱਤੇ ਗਏ ਨੇ। ਓਕੇ। ਸੋ ਜਿਸ ਤਰ੍ਹਾਂ ਅਸੀਂ ਕਹਿ ਰਹੇ ਸੀਗੇ, ਜਿਸ ਤਰ੍ਹਾਂ ਅਸੀਂ ਸੋਚ ਰਹੇ ਸੀਗੇ, ਉਸੇ ਤਰ੍ਹਾਂ ਹੀ ਚੀਜ਼ਾਂ ਵਰਕਆਊਟ ਹੋ ਰਹੀਆਂ। ਅਸੀਂ ਕਹਿ ਰਹੇ ਸੀ ਕਿ ਅਕਤੂਬਰ ਦੇ ਵਿੱਚ ਸਕੋਰਸ 500 ਤੋਂ ਥੱਲੇ ਆ ਜਾਣਗੇ ਐਂਡ ਉਹ ਦੇਖੋ ਹੁਣ ਨੈਕਸਟ ਡਰਾਅ ਅਕਤੂਬਰ ਦੇ ਵਿੱਚ ਹੋਏਗਾ। ਹੁਣ 504 ਤੇ ਗਿਆ, ਸੋ ਵੀ ਵਿਲ ਹੈਵ ਅ ਨੈਕਸਟ ਡਰਾਅ ਲੈਸ ਦੈਨ 500 ਐਂਡ ਡਰਾਜ਼ ਵੀ ਵਧੇ ਜਾ ਰਹੇ ਨੇ, ਇਨਵੀਟੇਸ਼ਨ ਵੀ ਵਧੀ ਜਾ ਰਹੇ ਨੇ। 3750 ਇਨਵੀਟੇਸ਼ਨ ਦਾ ਮਤਲਬ ਹੈਗਾ ਆ ਕਿ ਅਗਲਾ ਡਰਾਅ ਜਿਹੜਾ ਹੋਏਗਾ 4500 ਦੇ ਇਨਵੀਟੇਸ਼ਨ ਦੇ ਜਾਂ 4250 ਇਨਵੀਟੇਸ਼ਨਸ ਹੋਣਗੇ। ਸੋ ਆਈ ਥਿੰਕ ਦਿਸ ਇਜ਼ ਅ ਵੈਰੀ ਵੈਰੀ ਗੁੱਡ ਟਾਈਮ। ਜਿੰਨੇ ਵੀ ਦੋਸਤਾਂ ਨੇ ਇਮੀਗ੍ਰੇਸ਼ਨ ਦੀ ਆਪਣੀ ਐਪਲੀਕੇਸ਼ਨ ਪੁੱਟ ਅਪ ਕਰਨੀ ਹੈਗੀ ਹੈ, ਦਿਸ ਇਜ਼ ਦੀ ਐਪਰੋਪਰੀਏਟ ਟਾਈਮ। ਐਂਡ ਤੁਸੀਂ ਇੱਕ ਚੀਜ਼ ਯਾਦ ਰੱਖੋ, ਸਕਿਲਡ ਕੈਟੇਗਰੀ ਦੇ ਵਿੱਚ ਕੁਆਲੀਫਾਈ ਤੁਹਾਨੂੰ ਮੈਕਸਿਮਮ ਪੁਆਇੰਟਸ ਬੈਸਟ ਉਹਨਾਂ ਵਾਸਤੇ ਹੈਗਾ। ਐਕਸਪ੍ਰੈਸ ਐਂਟਰੀ ਦੇ ਵਿੱਚ ਮੈਕਸਿਮਮ ਸਕੋਰਸ ਉਹਨਾਂ ਦਾ ਆਉਂਦਾ ਹੈ ਜਿਨ੍ਹਾਂ ਕੋਲ ਮਾਸਟਰਸ ਦੀ ਇਕੁਇਲੈਂਸੀ ਹੈਗੀ ਹੈ, 29 ਸਾਲ ਤੋਂ ਘੱਟ ਏਜ ਹੈਗੀ ਹੈ। ਤੀਸਰਾ ਹੈਗਾ ਜੀ ਆਈਲੈਟ ਦਾ 8777 ਹੈਗਾ। ਚੌਥਾ ਹੈਗਾ ਕਿ ਤੁਹਾਡੇ ਕੋਲ ਘੱਟੋ ਘੱਟ 3 ਸਾਲ ਦਾ ਕਿਸੇ ਵੀ ਫੀਲਡ ਦਾ ਐਕਸਪੀਰੀਅੰਸ ਹੈਗਾ। ਜੇ ਆਹ 4 ਚੀਜ਼ਾਂ ਤੁਸੀਂ ਮੀਟ ਕਰ ਰਹੇ ਹੋ ਤੇ ਤੁਹਾਡਾ ਸਕੋਰ 475 ਤੇ ਚਲਾ ਜਾਏਗਾ। ਜੇ ਤੁਹਾਡਾ ਕੋਈ ਸਿਬਲਿੰਗ ਕੈਨੇਡਾ ਦੇ ਵਿੱਚ ਹੈਗਾ ਆ, ਤੁਹਾਡਾ ਭੈਣ ਭਾਈ ਕੈਨੇਡਾ ਦੇ ਵਿੱਚ ਹੈਗਾ, ਤੁਹਾਡਾ ਸਕੋਰ 490 ਚਲਾ ਗਿਆ, ਰਾਈਟ ਅਵੇ ਯੋਰ ਐਪਲੀਕੇਸ਼ਨ ਫॉर ਪਰਮਾਨੈਂਟ ਰੈਜ਼ੀਡੈਂਸੀ ਵੁੱਡ ਗੈਟ ਪਿਕਡ ਅਪ। ਯੂ ਸ਼ੁੱਡ ਨਾਟ ਬੀ ਥਿੰਕਿੰਗ ਕਿ ਹੋਰ ਚੀਜ਼ ਕੋਈ ਸੋਚ ਨਹੀਂ ਆ। ਹੁਣ ਉਹਨਾਂ ਵਾਸਤੇ ਜਿਨ੍ਹਾਂ ਦੇ ਕੋਲ 8777 ਨਹੀਂ ਆ ਰਿਹਾ ਜਾਂ ਜਿਨ੍ਹਾਂ ਦੇ ਕੋਲ ਮਾਸਟਰਸ ਨਹੀਂ ਹੈਗੀ ਤਾਂ ਉਹਨਾਂ ਦਾ ਸਕੋਰ ਆਟੋਮੈਟਿਕਲੀ ਥੱਲੇ ਚਲਾ ਗਿਆ। ਸੋ ਉਹੋ ਜਿਹੇ ਸਾਰੇ ਐਪਲੀਕੈਂਟਸ ਵਾਸਤੇ PNP ਇਜ਼ ਦਾ ਬੈਸਟ ਆਪਸ਼ਨ। ਦੂਸਰੀ ਆਪਸ਼ਨ ਉਹਨਾਂ ਵਾਸਤੇ ਬੈਸਟ ਵਰਕ ਕਰ ਸਕਦੀ ਹੈ ਜੌਬ ਆਫਰ ਦੇ ਨਾਲ। ਕਿਸੇ ਕੈਨੇਡੀਅਨ EMPLOYER ਤੋਂ ਜੌਬ ਆਫਰ ਲਓ, ਗੈਟ 50 ਪੁਆਇੰਟਸ ਔਰ 200 ਪੁਆਇੰਟਸ ਐਂਡ ਰਾਈਟ ਅਵੇ ਤੁਹਾਡੀ ਐਪਲੀਕੇਸ਼ਨ ਪਿਕ ਹੋ ਸਕਦੀ ਹੈਗੀ ਹੈ। ਜਾਂ ਫਿਰ ਜੇ PNP ਦੇ ਵਿੱਚ ਐਪਲੀਕੇਸ਼ਨ, ਬਿਕੋਜ਼ ਅੱਜ ਦੀ ਤਰੀਕ ਦੇ ਵਿੱਚ PNPs ਵੀ ਪ੍ਰੋਵਿੰਸ਼ੀਅਲ ਨੋਮੀਨੀਜ਼ ਵਾਸਤੇ ਵੀ ਹਰ ਪ੍ਰੋਵਿੰਸ ਇਸ ਟਾਈਮ ਅਗਰੈਸਿਵ ਹੋਇਆ ਹੋਇਆ ਹੈ। ਅਸੀਂ BC ਦੀ ਗੱਲ ਕਰ ਲਈਏ, ਅਸੀਂ ਐਲਬਰਟਾ ਦੀ ਗੱਲ ਕਰ ਲਈਏ, ਸਾਸਕੈਚੁਅਨ, ਮੈਨੀਟੋਬਾ, ਓਨਟਾਰੀਓ, Prince Edward Island, Nova Scotia, New Brunswick, every province is active at this moment and they are aggressively want people to come in and settle in those provinces. So ਉਹਦੇ ਵਾਸਤੇ ਅਗਲੇ ਸਾਲ ਦੇ ਕੋਟੇਜ਼ ਹੋਰ ਵਧਣ ਵਾਲੇ ਨਾਲ। ਦਸੰਬਰ ਦੇ ਵਿੱਚ ਜਿਹੜਾ ਕੋਟਾ ਇਸ ਸਾਲ ਦਾ ਸੀਗਾ 2022 ਦਾ, ਉਹ ਖਤਮ ਹੋ ਜਾਣਾ, ਲੈਪਸ ਕਰ ਜਾਣਾ। ਸੋ ਅਗਲੇ 3 ਮਹੀਨੇ they will be more aggressive and we will see lot many more draws happening in next 3 months. ਗੱਲ ਕਰਾਂਗੇ ਜੀ, ਦਰਸ਼ਕ ਜੁੜ ਗਏ ਨੇ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਸਤਿ ਸ਼੍ਰੀ ਅਕਾਲ ਬੇਟਾ, ਮੈਂ ਵਿਨੀਪੈਗ ਤੋਂ ਬੋਲ ਰਹੀ ਹਾਂ ਜੀ। ਹਾਂਜੀ ਵਿਨੀਪੈਗ ਤੋਂ ਜੀ। ਹਾਂਜੀ, ਮੇਰੀ ਨਾ ਸਿਸਟਰ ਜਿਹੜੀ ਉਹ ਅਮਰੀਕਾ ਨੇ, ਉਹ ਕੈਨੇਡਾ ਆਉਣਾ ਚਾਹੁੰਦੇ ਆ ਇੱਥੇ ਜੀ। ਜੀ ਇਹਨਾਂ ਨੂੰ ਪੁੱਛਣਾ ਵੀ ਉਹ ਆ ਕੇ ਇੱਥੇ ਕਿੰਨਾ ਚਿਰ ਰਹਿ ਸਕਦੇ ਆ ਜੀ। ਤੁਸੀਂ ਟੀਵੀ ਸਕਰੀਨ ਤੇ ਆਨਸਰ, ਹਾਂਜੀ ਤੁਸੀਂ ਟੀਵੀ ਤੇ ਆਨਸਰ ਸੁਣ ਸਕਦੇ ਹੋ। ਥੈਂਕ ਯੂ ਸੋ ਮਚ, ਤੁਸੀਂ ਕਾਲ ਕੀਤੀ ਹੈ ਜੀ। ਨੈਕਸਟ ਕਾਲਰ, ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਸਤਿ ਸ਼੍ਰੀ ਅਕਾਲ ਪੁੱਤ, ਸਤਿ ਸ਼੍ਰੀ ਅਕਾਲ। ਅਸੀਂ ਕੈਲਗਰੀ ਤੋਂ ਬੋਲਦੇ ਹਾਂ। ਹਾਂਜੀ। ਤਾਂ ਮੈਂ ਤਾਂ ਤੁਹਾਨੂੰ ਪੁੱਛਣਾ, ਤੁਹਾਡੀ ਇੱਕ ਦਿਨ ਪਰਸੋਂ ਜਿਹੜੇ ਗੱਲ ਹੁੰਦੀ ਸੀਗੀ ਕਮਲ ਹੇਰ ਨਾਲ ਜੀ,
ਤਾਂ ਕਮਲ ਹੇਰ ਦੱਸਦੀ ਸੀ ਕਿ ਹਾਂ ਬਈ ਬੁੜਿਆਂ ਨੂੰ ਪਈ ਜਾਣੀ ਏਦਾਂ 25 ਉਹ ਤੁਸੀਂ ਅਮਰਗਿਨ ਨੈਚੁਰਲੀ ਉਹ ਤੁਸੀਂ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਗੱਲ ਕਰਿਓ ਜੀ, ਉਹਦੇ ਬਾਰੇ ਜਾਣਕਾਰੀ ਦਵਾਂਗੇ। ਇਸ ਟਾਈਮ ਅਸੀਂ ਸਿਰਫ ਇਮੀਗ੍ਰੇਸ਼ਨ ਦੇ ਬਾਰੇ ਵਿੱਚ ਗੱਲ ਕਰ ਰਹੇ ਹਾਂ। ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਇਸੇ ਨੰਬਰ ਤੇ ਕਾਲ ਕਰ ਲਿਓ। ਥੈਂਕ ਯੂ ਸੋ ਮਚ ਕਾਲ ਕਰਨ ਲਈ। ਤੇ ਆਪਾਂ ਗੱਲ ਕਰ ਰਹੇ ਸੀਗੇ ਕਿ ਜਿਹੜੇ ਪਹਿਲਾਂ ਕੁਐਸਚਨ ਆਇਆ ਸੀ ਕਿ ਯੂਐਸ ਤੋਂ ਇੱਥੇ ਆਉਣਾ ਚਾਹੁੰਦੇ ਨੇ ਕੈਨੇਡਾ, ਕਿੰਨਾ ਟਾਈਮ ਤੱਕ ਰਹਿ ਸਕਦੇ ਨੇ ਜੀ? ਜਦੋਂ ਵੀ ਵਿਜ਼ਿਟ ਵੀਜ਼ਾ ਤੇ ਕੋਈ ਕੈਨੇਡਾ ਐਂਟਰ ਕਰਦਾ ਹੈ ਜੀ, ਉਹਦੀ ਨਾਰਮਲ ਐਂਟਰੀ 6 ਮੰਥਸ ਵਾਸਤੇ ਵੈਲਿਡ ਹੁੰਦੀ ਹੈ ਵਿਜ਼ਟਰ ਦੀ। ਐਂਡ ਜੇ ਸੁਪਰ ਵੀਜ਼ਾ ਤੇ ਆਉਂਦੇ ਹੋ ਤੇ ਹੁਣ 5 ਸਾਲ ਦੀ ਤੁਹਾਡੀ ਐਂਟਰੀ ਹੈਗੀ ਹੈ। ਸੋ ਤੁਹਾਡੇ ਸਿਸਟਰ ਜਿਹੜੇ ਹੈਗੇ ਨੇ ਉਹ ਵਿਜ਼ਿਟ ਤੇ ਹੀ ਪ੍ਰੋਬੇਬਲੀ ਆਣਗੇ ਤੇ ਵਿਜ਼ਿਟ ਤੇ ਉਹ 6 ਮਹੀਨੇ ਤੁਹਾਡੇ ਨਾਲ ਰਹਿ ਸਕਦੇ ਨੇ। ਐਂਡ 6 ਮਹੀਨੇ ਬਾਅਦ ਉਹਨਾਂ ਨੂੰ ਐਕਸਟੈਂਸ਼ਨ ਲੈਣੀ ਪੈਣੀ ਹੈਗੀ ਹੈ ਜੇ ਹੋਰ ਤੁਹਾਡੇ ਨਾਲ ਟਾਈਮ ਸਪੈਂਡ ਕਰਨਾ ਚਾਹੁੰਦੇ ਨੇ। ਜਦੋਂ ਤੁਸੀਂ ਪੀਐਨਪੀ ਦੀ ਗੱਲ ਕਰਦੇ ਹੋ, ਪੀਐਨਪੀ ਦੇ ਵਿੱਚ ਇਹ ਹੈ ਕਿ ਓਨਟਾਰੀਓ ਪੀਐਨਪੀ ਵਿੱਚ ਤਾਂ ਛੇਤੀ ਕਿਤੇ ਨੰਬਰ ਨਹੀਂ ਆ ਰਿਹਾ ਹੈਗਾ। ਇਸ ਤੋਂ ਇਲਾਵਾ ਬਾਹਰ ਜੇ ਓਨਟਾਰੀਓ ਤੋਂ ਆਪਸ਼ਨਸ ਦੇਖਿਆ ਜਾਵੇ, ਕਿਹੜੀ ਪ੍ਰੋਵਿੰਸ ਹੈਗੀ ਜਿਹੜੀ ਇਸ ਵਕਤ ਜ਼ਿਆਦਾ ਬੈਟਰ ਵੇ ਨਾਲ ਜਾਂ ਜਲਦੀ ਜਿਹਨੇ ਦੇ ਵਿੱਚ ਪੀਐਨਪੀ ਦਾ ਹੀ ਪ੍ਰੋਸੈਸਿੰਗ ਹੋ ਸਕਦੀ ਆ? ਤਰਨ ਅੱਜ ਦੀ ਤਰੀਕ ਦੇ ਵਿੱਚ ਅਸੀਂ ਇਹ ਦੇਖਿਆ ਹੈਗਾ ਕਿ ਪਿਛਲੇ ਕੁਝ ਡਰਾਜ਼ ਦੇ ਵਿੱਚ ਕਾਫੀ ਸਾਰੇ ਪ੍ਰੋਵਿੰਸਸ ਐਗਰੈਸਿਵ ਹੈਗੇ ਨੇ। ਸੈਸਕੈਚੁਅਨ ਇਜ਼ ਡੂਇੰਗ ਐਕਸੀਡਿੰਗਲੀ ਵੈਲ ਐਟ ਦਿਸ ਮੋਮੈਂਟ, ਨੋਵਾ ਸਕੋਸ਼ੀਆ ਇਜ਼ ਡੂਇੰਗ ਐਕਸੀਡਿੰਗਲੀ ਵੈਲ ਐਟ ਦਿਸ ਮੋਮੈਂਟ, ਅਲਬਰਟਾ ਇਜ਼ ਡੂਇੰਗ ਐਕਸੀਡਿੰਗਲੀ ਵੈਲ ਐਟ ਦਿਸ ਮੋਮੈਂਟ। ਸੋ ਜਿੰਨੇ ਵੀ ਦੋਸਤ ਸਾਨੂੰ ਸੁਣ ਰਹੇ ਨੇ, ਜੇ ਤੁਹਾਡੇ ਕੋਲ ਮਕੈਨੀਕਲ ਦਾ ਐਕਸਪੀਰੀਅੰਸ ਹੈਗਾ ਆ, 5 ਬੈਂਡਸ ਵੀ ਹੈਗੇ ਨੇ ਤੇ ਤੁਹਾਡੇ ਵਾਸਤੇ ਆਪਸ਼ਨ ਹੈਗੀ ਹੈ ਕਿ ਪੀਐਨਪੀ ਦੇ ਵਿੱਚ ਪਿਕ ਹੋ ਸਕਦੇ ਹੋ। ਇਲੈਕਟ੍ਰੀਕਲ ਦਾ ਐਕਸਪੀਰੀਅੰਸ ਹੋਵੇ, ਪਲੰਬਿੰਗ ਦਾ ਐਕਸਪੀਰੀਅੰਸ ਹੋਵੇ, ਟ੍ਰੇਡ ਦੇ ਵਿੱਚ ਕਿਸੇ ਵੀ ਟ੍ਰੇਡ ਦੇ ਵਿੱਚ ਤੁਹਾਡਾ ਐਕਸਪੀਰੀਅੰਸ ਹੈਗਾ, ਤੁਸੀਂ ਮੋਟਰ ਮਕੈਨਿਕ ਹੈਗੇ ਹੋ, ਡੀਜ਼ਲ ਮਕੈਨਿਕ ਹੈਗੇ ਹੋ, ਤੁਸੀਂ ਬੈਚਲਰਸ ਕੀਤੀ ਹੋਈ ਹੈ, ਤੁਸੀਂ ਡਿਪਲੋਮਾਸ ਕੀਤੇ ਹੋਏ ਨੇ, देयर आर ਆਪਸ਼ਨਸ ਦੈਟ ਐਗਜ਼ਿਸਟ ਫॉर ਯੂ। ਓਨਲੀ ਥਿੰਗ ਇਜ਼ ਤੁਹਾਨੂੰ ਕਹਿੰਦੇ ਆ ਨਾ ਚਾਂਸ ਲੈਣਾ ਪਏਗਾ। ਐਂਡ ਚਾਂਸ ਤੁਹਾਡੇ ਵਾਸਤੇ ਕਲੀਅਰ ਚਾਂਸ ਨਜ਼ਰ ਨਹੀਂ ਆ ਰਿਹਾ ਬਿਕੋਜ਼ ਤੁਹਾਨੂੰ ਪਤਾ ਕਿ ਐਕਸਪ੍ਰੈਸ ਐਂਟਰੀ ਦੇ ਵਿੱਚ ਤੁਹਾਡੇ ਪੁਆਇੰਟਸ ਬਣਨੇ ਹੀ ਨਹੀਂ, ਨਾ ਹੀ ਪਿਕ ਹੋਣੀ ਹੈਗੀ। ਸੋ ਪੀਐਨਪੀ ਇਜ਼ ਦਾ ਵੇ ਟੂ ਗੋ। ਸੋ ਜਿਨ੍ਹਾਂ ਦੇ ਕੋਲ ਵੀ ਮਸ਼ੀਨਿਸਟ ਦਾ ਐਕਸਪੀਰੀਅੰਸ ਹੈਗਾ, ਸੀਐਨਸੀ ਪ੍ਰੋਗਰਾਮਿੰਗ ਦਾ ਐਕਸਪੀਰੀਅੰਸ ਹੈਗਾ, ਮਕੈਨੀਕਲ ਦਾ ਐਕਸਪੀਰੀਅੰਸ ਹੈਗਾ, ਟ੍ਰੇਡ ਦਾ ਕਿਸੇ ਹੋਰ ਦਾ ਐਕਸਪੀਰੀਅੰਸ ਹੈਗਾ, देयर आर लॉट ऑफ ऑप्शंस दैट एग्जिस्ट फॉर यू। ਉਹਦੇ ਵਾਸਤੇ ਸਾਨੂੰ ਕੰਟੈਕਟ ਕਰੋ ਆਪਣਾ ਸੀਵੀ ਲੈ ਕੇ, ਆਪਣਾ ਆਈਲੈਟ ਦਾ ਸਕੋਰ ਲੈ ਕੇ, ਆਪਣਾ ਡਿਗਰੀ ਅਸੈਸਮੈਂਟ ਲੈ ਕੇ, ਐਂਡ ਵੀ ਵਿਲ ਡਿਸਕਸ ਕਿ ਕਿਹੜਾ ਪ੍ਰੋਵਿੰਸ ਤੁਹਾਡੇ ਵਾਸਤੇ ਬੈਸਟ ਵਰਕ ਕਰ ਸਕਦਾ। ਜੀ ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? I am calling from the gallery. I have question regarding the express entry. Because our relative, they want to apply express entry because he is related with the chartered accountant. I just know about the what we can put the code number of classification code is we don't know, we just confused, we need to put because we have some description on the IRCC website which code you are related with that job. ਸਰ ਕੁਝ ਪੁੱਛਣਾ ਹੈ ਪਾਸੇ। ਓਕੇ, ਥੈਂਕ ਯੂ ਸੋ ਮਚ ਫॉर ਕਾਲਿੰਗ ਮੈਮ। ਤੁਸੀਂ ਆਪਣੀ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਜੀ ਸਰ। ਕਹਿੰਦੇ ਆ ਜੀ ਨੀਮ ਹਕੀਮ ਖਤਰਾਏ ਜਾਨ। ਸੋ ਜੇ ਤੁਸੀਂ ਨੌਲੇਜੇਬਲ ਹੈਗੇ ਹੋ ਇਸ ਟੌਪਿਕ ਬਾਰੇ, ਡੂ ਇਟ ਯੋਰਸੈਲਫ, ਅਦਰਵਾਈਜ਼ ਸੀਕ ਹੈਲਪ ਆਫ ਅ ਕੰਸਲਟੈਂਟ ਔਰ ਅ ਲਾਇਰ। ਉਹ ਭਲੀ ਭਾਂਤੀ ਤੁਹਾਡੀ ਐਪਲੀਕੇਸ਼ਨ ਕਰ ਸਕਦੇ ਨੇ ਐਂਡ ਦੈਟ ਇਜ਼ ਬੈਟਰ ਫॉर ਯੂ ਬਿਕੋਜ਼ ਇੱਕ ਗਲਤੀ ਤੁਸੀਂ ਗੱਲ ਕਰ ਲਈ ਤੇ ਬਹੁਤ ਸਾਰੇ ਬੱਚੇ ਵੀ ਐਂਡ ਬਹੁਤ ਸਾਰੇ ਲੇਮੈਨ ਵੀ ਗੂਗਲ ਤੇ ਟਿਕਟੌਕ ਤੇ ਚੀਜ਼ਾਂ ਦੇਖ ਕੇ ਦੇ ਟਰਾਈ ਟੂ ਫਿਲ ਅਪ ਦ ਥਿੰਗਸ, ਬਟ ਇੱਕ ਗਲਤੀ ਤੁਹਾਡੀ ਹੀ ਗਲਤੀ ਉਹ ਤੁਹਾਨੂੰ 5 ਸਾਲ ਦੇ ਬੈਨ ਦੇ ਉੱਤੇ ਵੀ ਲੈ ਕੇ ਜਾ ਸਕਦੀ ਹੈ। ਸੋ ਇਟ ਇਜ਼ ਬੈਟਰ ਕਿ ਸੀਕ ਹੈਲਪ ਆਫ ਅ ਕੰਸਲਟੈਂਟ ਜੇ ਤੁਸੀਂ ਖੁਦ ਪ੍ਰੋਫੈਸ਼ਨਲੀ ਨਹੀਂ ਕਰ ਸਕਦੇ। ਇਸੇ ਵਾਸਤੇ ਅਸੀਂ ਕਹਿੰਦੇ ਕਿ ਡਾਕਟਰ ਖੁਦ ਨਾ ਬਣੋ। ਜੇ ਤੁਹਾਨੂੰ ਕੋਈ ਸ਼ਿਕਾਇਤ ਹੈਗੀ ਹੈ ਤੇ ਡਾਕਟਰ ਤੋਂ ਐਡਵਾਈਸ ਲਓ ਜਾ ਕੇ, ਡਾਕਟਰ ਤੁਹਾਨੂੰ ਟੈਸਟ ਦੇਖ ਕੇ ਸਾਰੀ ਚੀਜ਼ਾਂ ਕਰਕੇ ਕਰੇਗਾ। ਸੋ ਭੈਣ ਜੀ ਤੁਹਾਡੇ ਵਾਸਤੇ ਹੱਥ ਜੋੜ ਕੇ ਬੇਨਤੀ ਹੈਗੀ ਕਿਸੇ ਕੰਸਲਟੈਂਟ ਲਾਇਰ ਦੀ ਸਲਾਹ ਲਓ ਐਂਡ ਆਪਣੇ ਆਪ IRCC they always put it down like that, but it is always recommended that you should be seeking a professional help. ਬਿਲਕੁਲ ਜੀ। ਆਪਾਂ ਜਿਵੇਂ ਗੱਲ ਕਰ ਰਹੇ ਸੀ ਕਿ ਇੱਕ ਚੀਜ਼ ਹੋਰ, ਸੌਰੀ, ਸਾਡੇ ਕੋਲ ਨਹੀਂ ਆਣਾ, ਕੈਲਗਰੀ ਦੇ ਵਿੱਚ ਕਿਸੇ ਕੋਲ ਚਲੇ ਜਾਓ ਐਂਡ ਗੈਟ ਦ ਥਿੰਗਸ ਡਨ ਫਰੋਮ them, you know। ਉਹ ਪ੍ਰੋਫੈਸ਼ਨਲਸ ਹੈਗੇ ਨੇ ਜਿਹੜੇ IRCC ਦੇ ਮੈਂਬਰਸ ਹੈਗੇ ਨੇ, ਜਿਹੜੇ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਕਾਲਜ ਦੇ ਮੈਂਬਰਸ ਹੈਗੇ ਨੇ, ਜਾਂ ਜਿਹੜੇ ਲਾਅ ਸੁਸਾਇਟੀ ਆਫ ਅਪਰ ਕੈਨੇਡਾ ਦੇ ਮੈਂਬਰਸ ਹੈਗੇ ਨੇ, ਦੇ ਵਿਲ ਸਟ੍ਰੇਟ ਫਾਰਵਰਡ ਗਿਵ ਯੂ ਅ ਵੈਰੀ ਪ੍ਰੋਫੈਸ਼ਨਲ ਐਡਵਾਈਸ। ਸਰ ਆਪਾਂ ਜਿਵੇਂ ਪੀਐਨਪੀ ਦੀ ਗੱਲ ਕਰ ਰਹੇ ਸੀ, ਪੀਐਨਪੀ ਦੇ ਜ਼ਰੀਏ ਤਾਂ ਤੁਸੀਂ ਜਿਵੇਂ ਦੱਸਿਆ ਕਿ ਆਪਸ਼ਨਸ ਹੋ ਸਕਦੇ ਨੇ ਪੀਆਰ ਦੇ ਅੱਗੇ ਤੱਕ, ਪਰ ਜਿਹੜੇ ਸਟੂਡੈਂਟਸ ਇੱਥੇ ਹੈਗੇ ਜਾਂ ਪਿੱਛੋਂ ਬਿਜ਼ਨਸ ਕਲਾਸ ਫੈਮਿਲੀਜ਼ ਤੋਂ ਬਿਲੋਂਗ ਕਰਦੇ ਆ, ਪਿੱਛੋਂ ਵੀ ਉਹਨਾਂ ਨੂੰ ਥੋੜਾ ਬਹੁਤ ਐਕਸਪੀਰੀਅੰਸ ਹੈਗਾ, ਇੱਥੇ ਆ ਕੇ ਜ਼ਰੂਰੀ ਹੈ ਕਿ ਉਹਨਾਂ ਨੂੰ ਪੀਐਨਪੀ ਵਗੈਰਾ ਹੀ ਲੈਣੀ ਪੈਣੀ ਹੈ ਜਾਂ ਉਹ ਆਪਣਾ ਵੀ ਕੋਈ ਬਿਜ਼ਨਸ ਬਾਏ ਕਰਕੇ ਉਹਦੇ ਅੱਗੇ ਵੀ ਪੀਆਰ ਲੈ ਸਕਦੇ ਨੇ? ਬਿਲਕੁਲ ਤਰਨ ਜੀ, ਅੱਜ ਦੀ ਤਰੀਕ ਦੇ ਵਿੱਚ ਈਵਨ ਸਟੂਡੈਂਟਸ ਵਾਸਤੇ ਵੀ ਇਹ ਆਪਸ਼ਨ ਐਗਜ਼ਿਸਟ ਕਰ ਰਹੀ ਹੈ ਕਿ ਸਟੂਡੈਂਟਸ ਹਰ ਕਾਫੀ 2-3 ਪ੍ਰੋਵਿੰਸਸ ਨੇ ਸਟੂਡੈਂਟਸ ਵਾਸਤੇ ਐਂਟਰਪ੍ਰੈਨਿਓਰ ਸਟਰੀਮ ਸ਼ੁਰੂ ਕਰ ਦਿੱਤੀ ਹੈਗੀ ਹੈ। ਸੋ
ਉਹਦੇ ਵਿੱਚ ਤੁਸੀਂ ਬਿਜ਼ਨਸ ਸ਼ੁਰੂ ਕਰਦੇ ਹੈਗੇ ਹੋ, ਬਿਜ਼ਨਸ ਰਨ ਕਰਦੇ ਹੋ, ਬਿਜ਼ਨਸ ਮੈਨੇਜ ਕਰਦੇ ਹੋ, ਤੁਹਾਨੂੰ PNP ਇਸ਼ੂ ਕਰਕੇ ਦੇ ਦਿੰਦੇ ਨੇ। ਸੋ ਇਸ ਟਾਈਮ ਤੇ ਜੌਬ ਕ੍ਰੀਏਸ਼ਨ ਇਜ਼ ਅ ਬਿਗ ਥਿੰਗ। ਸੋ ਜਿਹੜਾ ਵੀ ਇੰਡੀਵਿਜੂਅਲ, ਜਿਹੜਾ ਵੀ ਐਪਲੀਕੈਂਟ ਬਿਜ਼ਨਸ ਸ਼ੁਰੂ ਕਰੇਗਾ, ਜੌਬ ਕ੍ਰੀਏਸ਼ਨ ਵੱਲ ਜਾਏਗਾ, ਕੈਨੇਡੀਅਨਸ ਵਾਸਤੇ ਜੌਬ ਕ੍ਰੀਏਟ ਕਰੇਗਾ, ਉਹਨੂੰ ਉਹ ਪ੍ਰੋਵਿੰਸ ਡੈਫੀਨੇਟਲੀ ਪ੍ਰਮੋਟ ਕਰੇਗਾ। ਸੋ ਭਾਵੇਂ ਉਹ PNP ਦੇ ਸੂਰਤ ਦੇ ਵਿੱਚ ਹੋਵੇ, ਭਾਵੇਂ ਐਕਸਪ੍ਰੈਸ ਐਂਟਰੀ ਦੇ ਵਿੱਚ ਹੋਵੇ, ਬਟ ਯੈਸ ਅੱਜ ਦੀ ਤਰੀਕ ਦੇ ਵਿੱਚ ਬਿਜ਼ਨਸਮੈਨ ਨੂੰ ਕਾਫੀ ਸਾਰਾ ਪ੍ਰਮੋਟ ਕਰ ਰਹੀ ਹੈ ਗਵਰਨਮੈਂਟ, ਬਿਕੋਜ਼ ਵੀ ਵਾਂਟ ਦੋਜ਼ ਪੀਪਲ ਟੂ ਕਮ ਟੂ ਕੈਨੇਡਾ ਜਿਹੜਾ ਇੱਥੇ ਆ ਕੇ ਇਨਵੈਸਟ ਵੀ ਕਰਨ, enthusiasm ਵੀ ਸਾਡੀ ਮਾਰਕੀਟ ਦੇ ਵਿੱਚ ਲੈ ਕੇ ਆਉਣ, ਬਿਕੋਜ਼ ਕਮਿੰਗ ਆਊਟ ਆਫ ਡਿਪਰੈਸ਼ਨ, ਬਿਕੋਜ਼ ਅਸੀਂ ਵੀ ਆਰ ਕਮਿੰਗ ਆਊਟ ਆਫ ਪੈਂਡੈਮਿਕ ਤੋਂ ਬਾਅਦ ਦ ਬਿਜ਼ਨਸ ਹੈਵ ਗਰੋਨ ਸੋ ਮਚ। ਅਸੀਂ ਹੌਸਪਿਟੈਲਿਟੀ ਦੇ ਕਿਸੇ ਚੀਜ਼ ਨੂੰ ਟੱਚ ਕਰ ਲਈਏ, ਜਿਹੜਾ ਬਿਜ਼ਨਸ ਪਹਿਲਾਂ ਨਹੀਂ ਚੱਲਦਾ ਸੀਗਾ, ਪੋਸਟ ਪੈਂਡੈਮਿਕ ਦੇ ਆਰ ਡੂਇੰਗ ਐਕਸੀਡਿੰਗਲੀ ਵੈਲ, ਐਂਡ ਉੱਥੇ ਸ਼ਾਰਟੇजेस ਵੀ ਲੇਬਰ ਦੀਆਂ ਹੈਗੀਆਂ। ਸੋ ਇਸ ਟਾਈਮ ਤੇ ਜਿਹੜਾ ਵੀ ਬਿਜ਼ਨਸਮੈਨ ਆਏਗਾ ਹੀ ਵਿਲ ਡੂ ਵੈਰੀ ਵੈਲ ਇਨ ਕੈਨੇਡਾ। ਗੱਲ ਕਰਾਂਗੇ, ਨੈਕਸਟ ਕਾਲਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਸਤਿ ਸ਼੍ਰੀ ਅਕਾਲ ਜੀ। ਹਾਂਜੀ ਬਰੈਂਪਟਨ ਤੋਂ ਬੋਲ ਰਹੇ ਸੀ ਜੀ। ਤੇ ਮੇਰੇ ਭਤੀਜੇ ਨੇ +2 ਆ, ਮੈਂ ਮਤਲਬ ਉਹਨੂੰ ਵਿਜ਼ਟਰ ਬੁਲਾ ਸਕਦੀ ਹਾਂ, ਉਹ ਆਪਣਾ ਇੱਕ ਸਪਾਂਸਰ ਕਰ ਸਕਦੇ ਹਾਂ? ਟੀਵੀ ਸਕਰੀਨ ਤੇ ਆਂਸਰ ਸੁਣ ਸਕਦੇ ਹੋ ਜੀ। ਥੈਂਕ ਯੂ ਸੋ ਮਚ ਕਾਲ ਕਰਨ ਦੇ ਲਈ। ਜੀ ਸਰ। ਓਕੇ ਭੈਣ ਜੀ, ਵਿਜ਼ਿਟਰ ਤੇ ਤੁਸੀਂ ਕਿਸੇ ਨੂੰ ਵੀ ਬੁਲਾ ਸਕਦੇ ਹੈਗੇ ਹੋ, +2 ਹੋਵੇ, BCom ਹੋਵੇ, ਮਾਸਟਰਸ ਹੋਵੇ, +2 ਤੋਂ ਥੱਲੇ ਹੋਵੇ, ਇਟ ਡਜ਼ ਨਾਟ ਮੈਟਰ। ਬਟ ਜਦੋਂ ਵੀ ਵਿਜ਼ਿਟ ਵੀਜ਼ਾ ਆਫਿਸਰ ਨੇ ਇਸ਼ੂ ਕਰਨਾ ਹੈ, ਉਹਨੇ 3-4 ਚੀਜ਼ਾਂ ਜ਼ਰੂਰ ਦੇਖਣੀਆਂ। ਉਹਨੇ ਪਹਿਲਾਂ ਦੇਖਣਾ ਕਿ ਹੋਸਟ ਕਿੰਨਾ ਐਸਟੈਬਲਿਸ਼ਡ ਹੈਗਾ ਕੈਨੇਡਾ ਦੇ ਵਿੱਚ। ਜੇ ਤੁਸੀਂ ਬੁਲਾਉਣ ਜਾ ਰਹੇ ਹੋ, ਤੁਹਾਡੇ ਫਾਈਨੈਂਸ਼ੀਅਲ ਰਿਸੋਰਸਿਸ ਕਿਸ ਤਰ੍ਹਾਂ ਦੇ ਹੈਗੇ, ਤੁਸੀਂ ਆਪ ਜਿਹਨੂੰ ਬੁਲਾ ਰਹੇ ਹੋ ਉਹਨਾਂ ਦੀ ਬੋਰਡਿੰਗ, ਲੌਜਿੰਗ, ਮੈਡੀਕਲ ਨੀਡਸ ਨੂੰ ਲੁੱਕ ਆਫਟਰ ਕਰ ਸਕਦੇ ਹੋ ਜਾਂ ਨਹੀਂ ਕਰ ਸਕਦੇ। ਉਸ ਤੋਂ ਬਾਅਦ ਉਹਨੇ ਦੇਖਣਾ ਕਿ ਜਿਹੜਾ ਐਪਲੀਕੈਂਟ ਹੈਗਾ ਆ ਉਹਦੇ ਇੰਡੀਆ ਦੇ ਨਾਲ ਜਾਂ ਜਿਹੜੀ ਵੀ ਕੰਟਰੀ ਤੋਂ ਆ ਰਹੇ ਨੇ ਉੱਥੇ ਟਾਈਜ਼ ਕਿੰਨੇ ਸਟਰੋਂਗ ਹੈਗੇ ਨੇ, ਕਿਹੜੀਆਂ ਚੀਜ਼ਾਂ ਉਹਨਾਂ ਨੂੰ ਵਾਪਸ ਆਪਣੇ ਮੁਲਕ ਦੇ ਵਿੱਚ ਖਿੱਚਣਗੀਆਂ, ਉਹਨਾਂ ਦੇ ਫਾਈਨੈਂਸ਼ੀਅਲ ਰਿਸੋਰਸਿਸ ਕਿਸ ਤਰ੍ਹਾਂ ਦੇ ਹੈਗੇ ਨੇ। ਸਪੋਜ਼ ਬੈਂਕ ਦੇ ਵਿੱਚ 1 ਲੱਖ ਰੁਪਇਆ ਹੈਗਾ ਤੇ ਤੁਸੀਂ ਕਹੋ ਕਿ ਜੀ ਉਹ ਘੁੰਮਣ ਵਾਸਤੇ ਆ ਰਿਹਾ, ਤੇ ਟਿਕਟ ਹੀ ਇਸ ਟਾਈਮ ਤੇ 4.5 ਲੱਖ ਦੀ ਤਾਂ ਟਿਕਟ ਹੋਈ, 4,500 ਦੀ ਤਾਂ ਟਿਕਟ ਹੋਈ ਹੈਗੀ ਹੈ। ਸੋ ਤੁਹਾਨੂੰ ਜਸਟੀਫਾਈ ਕਰਨਾ ਜ਼ਰੂਰੀ ਹੈਗਾ। ਉਹਦੇ ਪੇਰੈਂਟਸ ਦੇ ਕੋਲ ਰਿਸੋਰਸਿਸ ਹੈਗੇ ਨੇ, ਪੈਸਾ ਹੈਗਾ, ਤੇ ਐਬਸੋਲੂਟਲੀ ਜੇ ਮਾਈਨਰ ਵੀ ਹੈਗਾ ਤਾਂ ਵੀ ਟਰੈਵਲ ਕਰ ਸਕਦਾ, ਵਿਜ਼ਿਟ ਵੀਜ਼ਾ ਲੱਗ ਸਕਦਾ ਹੈਗਾ। ਜੀ ਬਿਲਕੁਲ। ਤੇ ਸਰ ਆਪਾਂ ਗੱਲ ਕਰ ਰਹੇ ਸੀ ਜਿਵੇਂ ਬਿਜ਼ਨਸ ਵੀਜ਼ਾ ਦੇ ਬਾਰੇ ਵਿੱਚ ਗੱਲ ਕਰ ਰਹੇ ਸੀ, ਮੈਂ ਤੁਹਾਨੂੰ ਪ੍ਰੋਗਰਾਮ ਤੋਂ ਪਹਿਲਾਂ ਗੱਲ ਕਰ ਰਹੀ ਸੀ ਕਿ ਟੌਪਿਕ ਅੱਜਕੱਲ ਬੜਾ ਹੌਟ ਹੈ ਇਹ ਡਿਸਕਸ਼ਨ ਦਾ ਕਿ 40 ਤੋਂ ਬਾਅਦ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਕਿ ਕੈਨੇਡਾ ਵਿੱਚ ਇਮੀਗ੍ਰੇਸ਼ਨ ਲੈਣਾ। ਸੋ ਕਿ ਬਿਜ਼ਨਸ ਇੱਕ ਬੈਟਰ ਆਪਸ਼ਨ ਹੋ ਸਕਦਾ ਹੈ, ਇਹਦੇ ਲਈ ਕੋਈ ਏਜ ਲਿਮਿਟ ਵਗੈਰਾ ਹੈ? ਤਰਨ ਐਕਚੁਅਲੀ ਕੀ ਹੈਗਾ ਕਿ 29 ਤੱਕ ਤੁਹਾਨੂੰ ਏਜ ਦੇ ਮੈਕਸਿਮਮ ਪੁਆਇੰਟਸ ਮਿਲਦੇ ਨੇ, 110 ਪੁਆਇੰਟਸ ਮੈਕਸਿਮਮ ਮਿਲਦੇ ਨੇ। ਜਦ ਤੱਕ ਉਸ ਤੋਂ ਬਾਅਦ ਤੁਹਾਨੂੰ ਹਰ ਸਾਲ ਤੁਹਾਡੇ 5 ਪੁਆਇੰਟ 6 ਪੁਆਇੰਟਸ ਉੜਨੇ ਸ਼ੁਰੂ ਹੋ ਜਾਂਦੇ ਨੇ 110 ਦੇ ਵਿੱਚੋਂ, ਕਰਦੇ 44 ਦੇ ਆ ਕੇ ਉਹ 0 ਹੋ ਜਾਂਦੇ ਨੇ। ਸੋ ਜਦੋਂ ਉਹ ਪੁਆਇੰਟ 0 ਹੋ ਗਏ ਤੇ 110 ਪੁਆਇੰਟਸ ਦਾ ਫਰਕ CRS ਦੇ ਵਿੱਚ ਬੜਾ ਮੇਜਰ ਫਰਕ ਹੈਗਾ। ਸੋ ਮੈਕਸਿਮਮ ਪੁਆਇੰਟਸ ਲੈਣ ਵਾਸਤੇ ਇਸੇ ਵਾਸਤੇ ਜਦੋਂ ਅਸੀਂ ਪ੍ਰੋਗਰਾਮ ਸ਼ੁਰੂ ਕੀਤਾ ਅਸੀਂ ਕਿਹਾ ਕਿ ਐਕਸਪ੍ਰੈਸ ਐਂਟਰੀ ਦੇ ਵਿੱਚ ਬੈਸਟ ਉਹਨਾਂ ਵਾਸਤੇ ਹੈਗਾ ਜਿਹੜਾ 29 ਤੋਂ ਥੱਲੇ ਹੈਗਾ। ਸੋ 30 ਟੱਚ ਨਹੀਂ ਕੀਤਾ। ਸੋ ਜਿਹੜਾ 30 ਟੱਚ ਨਹੀਂ ਕੀਤਾ ਉਹਨੂੰ 110 ਪੁਆਇੰਟਸ ਮਿਲ ਰਹੇ ਨੇ ਏਜ ਦੇ। ਸੋ ਉਹ ਉਹਨਾਂ ਵਾਸਤੇ ਬੈਸਟ ਹੈਗਾ। ਸੋ ਐਸੇ ਵਾਸਤੇ ਏਜ ਜਿਸ ਤਰ੍ਹਾਂ ਏਜ ਵੱਧਦੀ ਜਾਏਗੀ ਤੁਹਾਨੂੰ ਜੌਬ ਆਫਰ ਦੀ ਲੋੜ ਪਏਗੀ। ਜੌਬ ਆਫਰ ਤੋਂ ਬਾਅਦ PNPV ਦੀ ਲੋੜ ਵੀ ਪੈ ਸਕਦੀ ਹੈ। ਕੁਝ ਕੇਸਿਸ ਦੇ ਵਿੱਚ ਈਵਨ ਤੁਸੀਂ ਜੌਬ ਆਫਰ ਦੇ ਨਾਲ ਵੀ ਕੁਆਲੀਫਾਈ ਨਹੀਂ ਕਰੋਗੇ, 1 ਸਾਲ ਦੇ ਐਕਸਪੀਰੀਅੰਸ ਦੇ ਨਾਲ ਵੀ ਤੁਹਾਡੇ ਉਹਨੇ ਸਬਸਟੈਂਸ਼ੀਅਲ ਪੁਆਇੰਟਸ ਨਹੀਂ ਬਣਨਗੇ, ਡਿਪੈਂਡਿੰਗ ਕਿ ਤੁਹਾਡਾ ਆਈਲੈਟ ਦਾ ਸਕੋਰ ਕਿਸ ਤਰ੍ਹਾਂ ਹੈ। ਐਂਡ ਉਹ ਸਾਰੇ ਚੀਜ਼ਾਂ ਨੂੰ ਦੇਖਦਿਆਂ ਹੋਇਆਂ ਬਿਜ਼ਨਸ ਕੈਟੇਗਰੀਜ਼ ਬਹੁਤ ਫਸਟ ਕਲਾਸ ਤਰੀਕੇ ਦੇ ਵਿੱਚ ਚੱਲ ਰਹੀਆਂ ਹੈਗੇ ਤਰਨ ਜੀ। ਓਨਰ ਆਪਰੇਟਰ, ਇੰਟਰਾ ਕੰਪਨੀ ਟ੍ਰਾਂਸਫਰੀ ਐਂਡ PNP ਪ੍ਰੋਗਰਾਮ ਜਿਹੜੇ ਹੈਗੇ ਨੇ, ਐਂਟਰਪ੍ਰੀਨਰ ਪ੍ਰੋਗਰਾਮਸ ਹੈਗੇ ਨੇ ਐਟਲਾਂਟਿਕਸ ਦੇ, ਦੇ ਆਰ ਡੂਇੰਗ ਐਕਸੀਡਿੰਗਲੀ ਵੈਲ। ਸੋ ਉਹ ਤੁਹਾਨੂੰ ਪਤਾ ਹੋਣਾ ਚਾਹੀਦਾ, ਤੁਹਾਡੇ ਕੰਸਲਟੈਂਟ ਨੂੰ ਪਤਾ ਹੋਣਾ ਚਾਹੀਦਾ ਕਿ ਮੈਂ ਕਿਹੜੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਕੁਆਲੀਫਾਈ ਕਰਵਾ ਰਿਹਾ ਹੈਗਾ। ਤੁਹਾਡੀ ਵਰਕ ਪਰਮਿਟ ਲੈਣਾ ਤੇ ਬਹੁਤ ਆਸਾਨ ਹੈਗਾ, that's just the start of the game। ਅੱਗੇ ਪਰਮਾਨੈਂਟ ਰੈਜ਼ੀਡੈਂਸੀ ਤੁਹਾਡੀ ਕਿਸ ਤਰ੍ਹਾਂ ਹੋ ਰਹੀ ਹੈ, ਹੋ ਵੀ ਰਹੀ ਹੈ ਜਾਂ ਨਹੀਂ ਹੋ ਰਹੀ। ਹਰ ਆਦਮੀ ਮੈਨੂੰ ਆ ਕੇ ਕਹਿੰਦਾ, ਹਰ ਐਪਲੀਕੈਂਟ ਆਂਦਾ, ਹਰ ਐਪਲੀਕੈਂਟ ਚਾਹੁੰਦਾ ਹੈਗਾ ਕਿ ਓਨਟਾਰੀਓ ਦੇ ਵਿੱਚ ਮੈਂ ਆਪਣਾ ਬਿਜ਼ਨਸ ਐਸਟੈਬਲਿਸ਼ ਕਰ ਲਵਾਂ, ਮੈਂ BC ਦੇ ਵਿੱਚ ਐਸਟੈਬਲਿਸ਼ ਕਰ ਲਵਾਂ, ਬਿਕੋਜ਼ ਉਹਨਾਂ ਨੂੰ ਲੱਗਦਾ ਕਿ ਸਾਡਾ ਇੱਥੇ ਭਾਈਚਾਰਾ ਹੈਗਾ, ਸਾਨੂੰ ਜਾਣ ਰੱਖਣ ਵਾਲੇ ਦੋਸਤ ਹੈਗੇ ਨੇ, ਮਿੱਤਰ ਹੈਗੇ ਨੇ, ਰਿਸ਼ਤੇਦਾਰ ਹੈਗੇ ਨੇ। ਬਟ ਇੱਕ ਚੀਜ਼ ਯਾਦ ਰੱਖੋ ਜੀ, ਜੇ ਤੁਸੀਂ ਇੰਨੇ ਕਿਲੋਮੀਟਰ 5 ਸਮੁੰਦਰ ਪਾਰ ਕਰਕੇ 7 ਸਮੁੰਦਰ ਪਾਰ ਕਰਕੇ ਇੱਥੇ ਆ ਗਏ ਤੇ ਨੋਵਾ ਸਕੋਸ਼ੀਆ ਕਿੰਨੀ ਦੂਰ ਹੈ,
ਪਹਿਲੇ ਆਪਣੀ ਤੁਹਾਡੀ ਪ੍ਰਾਇੋਰਟੀ ਹੋਣੀ ਚਾਹੀਦੀ ਕਿ ਤੁਹਾਡੇ ਵਾਸਤੇ PR ਕਿਹੜੇ ਪ੍ਰੋਗਰਾਮ ਦੇ ਵਿੱਚ ਹੋ ਰਹੀ ਹੈ ਉਹਦੇ ਉੱਤੇ ਫੋਕਸ ਰੱਖੋ ਐਂਡ ਇਨਫੋਰਮੇਸ਼ਨ ਲੈਣ ਵਾਸਤੇ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਵੀ ਕੈਨ ਅਸਿਸਟ ਯੂ ਐਂਡ ਗਾਈਡ ਯੂ ਲੁਕਿੰਗ ਇਨਟੂ ਯੋਰ ਸਰਕਮਸਟੈਂਸਸ ਅਸੀਂ ਜਦੋਂ ਵੀ ਅਸੈਸ ਕਰਦੇ ਹਾਂ ਅਸੀਂ ਸਿਰਫ ਟੈਂਪਰੇਰੀ ਅਸੈਸ ਨਹੀਂ ਕਰਦੇ ਹਾਂ ਕਿ ਕੱਲਾ ਵਿਜ਼ਿਟ ਵੀਜ਼ਾ ਤੱਕ ਅਸੈਸ ਨਹੀਂ ਕਰਦੇ ਜਾਂ ਵਰਕ ਪਰਮਿਟ ਤੱਕ ਅਸੈਸ ਨਹੀਂ ਕਰਦੇ ਸਾਡੀ ਸੁਜੈਸ਼ਨਸ ਹੁੰਦੀ ਹੈ ਕਿ ਤੁਹਾਡੀ ਪਰਮਾਨੈਂਟ ਰੈਜ਼ੀਡੈਂਸੀ ਤੁਹਾਡੇ ਬੱਚਿਆਂ ਦੀ ਪਰਮਾਨੈਂਟ ਰੈਜ਼ੀਡੈਂਸੀ ਕਿਸ ਤਰ੍ਹਾਂ ਹੋਏਗੀ ਤੁਹਾਡੇ ਸਪਾਊਸ ਦੀ ਕਿਸ ਤਰ੍ਹਾਂ ਹੋਏਗੀ ਐਂਡ ਕਿਹੜਾ ਪ੍ਰੋਗਰਾਮ ਤੁਹਾਡੇ ਵਾਸਤੇ ਬੈਸਟ ਵਰਕ ਕਰੇਗਾ ਸਮਟਾਈਮਸ ਬਿਜ਼ਨਸ ਦੀ ਜਦੋਂ ਗੱਲ ਕਰਦੇ ਹਾਂ ਇਹੀ ਸੋਚਿਆ ਜਾਂਦਾ ਕਿ ਬਿਜ਼ਨਸ ਦੇ ਵਿੱਚ ਬਹੁਤ ਹਾਈ ਲੈਵਲ ਦੇ ਬਿਜ਼ਨੈਸਸ ਚਾਹੀਦੇ ਹੋਣੇ ਆ ਸੋ ਕਿਹੜੇ ਬਿਜ਼ਨੈਸਸ ਕੌਣ ਇਹਦੇ ਵਿੱਚ ਜਿਹੜਾ ਆ ਸ਼ਾਮਿਲ ਹੋ ਸਕਦਾ ਆ ਤਰਨ ਹਰ ਤਰ੍ਹਾਂ ਦੇ ਬਿਜ਼ਨਸ ਚੱਲ ਸਕਦੇ ਨੇ ਇਟ ਕੈਨ ਸਟਾਰਟ ਫਰੋਮ 100,000 ਇਟ ਕੈਨ ਗੋ ਅਪ ਟਿਲ 100 ਮਿਲੀਅਨ ਸੋ ਇਹ ਡਿਪੈਂਡ ਕਰਦਾ ਹੈ ਕਿ ਤੁਸੀਂ ਕਿਹੜਾ ਬਿਜ਼ਨਸ ਕਰਨਾ ਚਾਹੁੰਦੇ ਹੋ ਤੁਹਾਡੇ ਕੋਲ ਰਿਸੋਰਸਿਸ ਕਿਸ ਤਰ੍ਹਾਂ ਦੇ ਹੈਗੇ ਨੇ ਤੁਸੀਂ ਕੀ ਕਰਨਾ ਚਾਹੁੰਦੇ ਹੋ ਹੁਣ ਤਰਨ ਇੱਕ ਚੀਜ਼ ਹੈ ਜੇ ਓਨਟਾਰੀਓ ਦੇ ਵਿੱਚ ਆ ਕੇ ਕੋਈ ਵੀ ਐਪਲੀਕੈਂਟ ਰਹਿੰਦਾ ਹੈਗਾ ਇੱਥੇ ਬਿਜ਼ਨਸ 2.5 ਲੱਖ ਤੋਂ ਅਸੀਂ ਸ਼ੁਰੂ ਹੁੰਦੇ ਕਹਿੰਦੇ ਕਿ 2.5 ਲੱਖ ਤੋਂ ਉੱਪਰ ਹੀ ਬਿਜ਼ਨਸ ਹੈਗੇ ਨੇ 2.5 ਲੱਖ ਤੋਂ ਥੱਲੇ ਬਿਜ਼ਨਸ ਅੱਛੇ ਜਿਹੜੇ ਬਿਜ਼ਨਸ ਮਨੀ ਮੇਕਿੰਗ ਹੈਗੇ ਨੇ ਦੇ ਵਿਲ ਨਾਟ ਬੀ ਅਵੇਲੇਬਲ ਬੜੇ ਤੁਹਾਨੂੰ ਲੱਭ ਕੇ ਦੇਖਣੇ ਪੈਣਗੇ ਤੇ ਜੇ ਅਸੀਂ ਬਾਹਰ ਚਲੇ ਜਾਈਏ ਹੁਣ ਇੱਥੇ ਘਰ ਦੀ ਗੱਲ ਕਰ ਲਈਏ ਇੱਥੇ ਟਾਊਨ ਹਾਊਸ ਵੀ 8 ਲੱਖ ਦਾ 9 ਲੱਖ ਦਾ ਤੇ ਟਾਊਨ ਹਾਊਸ ਹੋ ਗਿਆ ਤਰਨ ਹੁਣ ਜੇ ਐਟਲਾਂਟਿਕ ਦੇ ਵਿੱਚ ਚਲੇ ਗਏ ਐਟਲਾਂਟਿਕ ਦੇ ਵਿੱਚ ਤੁਹਾਨੂੰ ਬਿਜ਼ਨਸ ਵੀ ਸਸਤੇ ਮਿਲ ਰਹੇ ਨੇ ਦੂਸਰਾ ਉੱਥੇ ਘਰ ਵੀ 3 ਲੱਖ ਦਾ ਤਾਂ ਤੁਹਾਨੂੰ ਘਰ ਮਿਲ ਜਾਂਦਾ ਹੈਗਾ ਸੋ ਉੱਥੇ ਤੁਹਾਨੂੰ ਡਿਪੋਜ਼ਿਟ ਡਾਊਨ ਵੀ ਦੇਣਾ ਹੈ 2 ਲੱਖ ਦਾ ਵੀ ਘਰ ਹੈਗਾ 1.5 ਲੱਖ ਦਾ ਵੀ ਘਰ ਹੈਗਾ ਸੋ ਉੱਥੇ ਡਿਪੋਜ਼ਿਟ ਦੇਣਾ 30,000 ਤੋਂ ਲੈ ਕੇ 60,000 ਇੱਥੇ ਤੁਸੀਂ ਡਾਊਨ ਹੀ ਘਰ ਵਾਸਤੇ 2 ਲੱਖ ਦਾ ਡਿਪੋਜ਼ਿਟ ਦੇਣਾ ਬਿਕੋਜ਼ 20% ਡਿਪੋਜ਼ਿਟ ਤਾਂ ਦਿਓਗੇ ਤੁਸੀਂ ਐਸੇ ਤਰ੍ਹਾਂ ਬਿਜ਼ਨਸ ਦੇ ਵਾਸਤੇ ਜੇ ਤੁਸੀਂ ਆਪਣੀ ਫੋਕਸ ਕਰਕੇ ਆ ਰਹੇ ਹੋ ਕਿ ਮੈਂ ਬਿਜ਼ਨਸ ਕਰਨਾ ਤੇ ਮੈਂ ਕੈਨੇਡਾ ਇਮੀਗ੍ਰੇਟ ਹੋਣਾ ਤੇ ਡੂ ਨਾਟ ਥਿੰਕ ਅਬਾਊਟ ਓਨਟਾਰੀਓ ਐਂਡ BC ਜੀ ਜਿਵੇਂ ਤੁਸੀਂ ਕਿਹਾ ਓਨਟਾਰੀਓ ਤੇ BC ਇਸ ਤੋਂ ਇਲਾਵਾ ਕਿ ਜਿਹੜੀਆਂ ਐਟਲਾਂਟਿਕ ਪ੍ਰੋਵਿੰਸਸ ਹੈਗੀਆਂ ਨੇ ਉਹਨਾਂ ਦੇ ਵਿੱਚ ਇੱਕ ਬੈਟਰ ਆਪਸ਼ਨ ਹੋ ਸਕਦਾ ਇਨਵੈਸਟਮੈਂਟ ਜਾਂ ਫਿਰ ਬਿਜ਼ਨਸ ਵੀਜ਼ਾ ਕੀ ਇਹ ਸੇਮ ਹੀ ਹੁੰਦੇ ਨੇ ਤਰਨ ਜੀ ਇਸ ਟਾਈਮ ਤੇ ਓਕੇ ਅਸੀਂ ਹਰ ਇੱਕ ਬਿਜ਼ਨਸ ਵੀਜ਼ਾ ਨੂੰ ਇਨਵੈਸਟਮੈਂਟ ਵੀਜ਼ਾ ਕਹਿ ਲੈਂਦੇ ਹਾਂ ਰਾਈਟ ਬਿਕੋਜ਼ ਇੱਕ ਜਨਰਲ ਲੇਮੈਨ ਟਰਮ ਦੇ ਵਿੱਚ ਬਟ ਐਕਚੁਅਲੀ ਦੇ ਵਿੱਚ ਬਿਜ਼ਨਸਮੈਨ ਵਾਸਤੇ 4 ਪ੍ਰੋਗਰਾਮ ਐਕਚੁਅਲੀ ਐਗਜ਼ਿਸਟ ਕਰਦੇ ਨੇ ਸਟਾਰਟਅਪ ਇਜ਼ ਵਨ ਵੀਜ਼ਾ ਸਟਾਰਟਅਪ ਉਹ ਵੀਜ਼ਾ ਹੈਗਾ ਜੇ ਤੁਹਾਡੇ ਕੋਲ ਕੋਈ ਇਹੋ ਜਿਹਾ ਆਈਡੀਆ ਹੈਗਾ ਇਹੋ ਜਿਹਾ ਬਿਜ਼ਨਸ ਪਲਾਨ ਹੈਗਾ ਕਿ ਜਿਹੜਾ ਤੁਹਾਨੂੰ ਲੱਗੇ ਕਿ ਕੈਨੇਡਾ ਦੇ ਵਿੱਚ ਉਹ ਸਕਸੈਸਫੁਲ ਹੋ ਸਕਦਾ ਐਂਡ ਤੁਸੀਂ ਉਹ ਅੱਗੇ ਪ੍ਰੋਫੈਸ਼ਨਲਸ ਨੂੰ ਪੁੱਟ ਅਪ ਵੀ ਕਰੋ ਤੇ ਪ੍ਰੋਫੈਸ਼ਨਲਸ ਵੀ ਕਹਿਣ ਕਿ ਯੈਸ ਦਿਸ ਵਾਸ ਅ ਪ੍ਰੋਗਰਾਮ ਦੈਟ ਕੈਨ ਵਰਕ ਫॉर ਯੂ ਤੇ ਉਹਨੂੰ ਅਸੀਂ ਸਟਾਰਟਅਪ ਦੇ ਵਿੱਚ ਲੈ ਕੇ ਜਾਂਦੇ ਆ ਸਟਾਰਟਅਪ ਦੇ ਵਿੱਚ ਤੁਹਾਡੀ ਏਜ ਮੈਟਰ ਨਹੀਂ ਕਰਦੀ ਤੁਹਾਡੀ ਐਜੂਕੇਸ਼ਨ ਮੈਟਰ ਨਹੀਂ ਕਰਦੀ ਹਾਂ ਤੁਹਾਡੇ ਕੋਲ ਆਈਲੈਟ ਦੇ 5 ਬੈਂਡ ਦੀ ਸਕੋਰਿੰਗ ਜ਼ਰੂਰ ਹੋਣੀ ਚਾਹੀਦੀ ਹੈ ਲੈਂਗੁਏਜ ਸਕਿੱਲਸ ਦੇ ਵਿੱਚ ਤੇ ਤੁਸੀਂ ਆਪਣੀ ਐਪਲੀਕੇਸ਼ਨ ਪੁੱਟ ਅਪ ਕਰਦੇ ਹੈਗੇ ਹੋ ਇਨਕਿਊਬੇਟਰਸ ਨੂੰ ਵੈਂਚਰ ਕੈਪੀਟਲਿਸਟ ਨੂੰ ਐਂਡ ਦੇ ਆਰ ਦਾ ਵਨਸ ਹੂ ਗੋ ਥਰੂ ਯੋਰ ਬਿਜ਼ਨਸ ਪਲਾਨ ਤੁਹਾਡੇ ਆਈਡੀਆ ਨੂੰ ਦੇਖਦੇ ਨੇ ਐਂਡ ਜਿਹਨਾਂ ਨੂੰ ਲੱਗਦਾ ਕਿ ਯੈਸ ਦਿਸ ਇਜ਼ ਐਨ ਆਈਡੀਆ ਦੈਟ ਕੈਨ ਵਰਕ ਫॉर ਤੇ ਉਹ ਲੈਟਰ ਆਫ ਸਪੋਰਟ ਤੁਹਾਨੂੰ ਇਸ਼ੂ ਕਰ ਦਿੰਦੇ ਨੇ ਉਸ ਤੋਂ ਬਾਅਦ ਤੁਸੀਂ ਵਰਕ ਪਰਮਿਟ ਤੇ ਆਪਣੀ PR ਦੀ ਐਪਲੀਕੇਸ਼ਨ ਦੋਨੋਂ ਸਾਈਮਲਟੇਨੀਅਸਲੀ ਪੁੱਟ ਅਪ ਕਰ ਸਕਦੇ ਹੋ ਵਰਕ ਪਰਮਿਟ ਨਾਰਮਲੀ ਗੈਟਸ ਡਨ ਇਨ 2 to 4 months ਤੁਸੀਂ ਕੈਨੇਡਾ ਆ ਕੇ ਆਪਣਾ ਬਿਜ਼ਨਸ ਐਸਟੈਬਲਿਸ਼ ਕਰਨਾ ਸ਼ੁਰੂ ਕਰ ਦਿੰਦੇ ਹੋ ਵਿਦ ਫੈਮਿਲੀ ਤੁਹਾਨੂੰ ਵੀਜ਼ਾ ਮਿਲ ਜਾਂਦਾ ਤੁਹਾਡੇ ਸਪਾਊਸ ਨੂੰ ਓਪਨ ਮਿਲ ਗਿਆ ਤੁਹਾਡੇ ਬੱਚਿਆਂ ਨੂੰ ਡਿਪੈਂਡੈਂਟ ਸਟੱਡੀ ਪਰਮਿਟਸ ਮਿਲ ਗਏ ਦੇ ਕੈਨ ਗੋ ਟੂ ਸਕੂਲ ਐਂਡ ਤੁਹਾਡੀ ਬਿਜ਼ਨਸ ਐਸਟੈਬਲਿਸ਼ਮੈਂਟ ਸ਼ੁਰੂ ਹੋ ਗਈ ਤੁਹਾਡੀ ਸੈਟਲਮੈਂਟ ਇਨ ਕੈਨੇਡਾ ਸ਼ੁਰੂ ਹੋ ਜਾਂਦੀ ਹੈਗੀ ਹੈ ਹੁਣ ਇਹੀ ਚੀਜ਼ this is a startup ਦੂਸਰਾ ਆ ਗਿਆ ਇੰਟਰਾ ਕੰਪਨੀ ਜਿਹੜਾ ਵੀਜ਼ਾ ਹੈਗਾ this falls under international mobility stream ਇਹਦੇ ਵਿੱਚ this is an LMIA exempt ਵੀਜ਼ਾ ਇਹਦੇ ਵਿੱਚ ਤੁਹਾਨੂੰ LMIA ਦੀ ਲੋੜ ਨਹੀਂ ਹੈਗੀ ਬਟ ਇਹਦੇ ਵਿੱਚ ਬਾਕੀ ਚੀਜ਼ਾਂ ਦੀ ਲੋੜ ਪੈਂਦੀ ਹੈਗੀ ਹੈ ਤੁਸੀਂ ਜਿਹੜਾ ਬਿਜ਼ਨਸ ਇੰਡੀਆ ਦੇ ਵਿੱਚ ਕਰ ਰਹੇ ਹੋ ਕਿਸੇ ਹੋਰ ਕੰਟਰੀ ਦੇ ਵਿੱਚ ਕਰ ਰਹੇ ਹੋ ਉਹਦੀ ਐਕਸਪੈਂਸ਼ਨ ਵਾਸਤੇ ਤੁਸੀਂ ਕੈਨੇਡਾ ਦੇ ਵਿੱਚ ਆ ਰਹੇ ਹੋ ਐਂਡ ਉਸੇ ਐਕਸਪੈਂਸ਼ਨ ਵਾਸਤੇ ਤੁਸੀਂ ਆਪਣੇ EMPLOYEES ਵੀ ਨਾਲ ਲੈ ਕੇ ਆ ਸਕਦੇ ਹੋ ਉਹਨਾਂ ਨੂੰ ਵੀ ਵਰਕ ਪਰਮਿਟ ਮਿਲ ਜਾਏਗਾ ਸੋ ਇੱਥੇ ਇਸ ਟਾਈਮ ਤੇ ਗੱਲ ਕਰੀਏ ਬਹੁਤ ਸਾਰੀਆਂ ਇਹੋ ਜਿਹੀਆਂ ਕੰਪਨੀਆਂ ਹੈਗੀਆਂ ਇੰਡੀਅਨ IT ਫਰਮਸ ਹੈਗੀਆਂ ਜਿਨ੍ਹਾਂ ਦੇ 18 25 ਹਜ਼ਾਰ EMPLOYEES ਕੈਨੇਡਾ ਦੇ ਵਿੱਚ ਕੰਮ ਕਰ ਰਹੇ ਨੇ ਤਰਨ ਜੀ ਇੰਡੀਅਨ ਕੰਪਨੀਆਂ ਹੈਗੀਆਂ ਜਿਹੜੀਆਂ ਇੱਥੇ 18 ਤੋਂ 25 ਹਜ਼ਾਰ EMPLOYEES ਹਨ ਇੱਕ ਨਹੀਂ ਹੈਗੀਆਂ ਮਲਟੀਪਲ ਕੰਪਨੀਆਂ ਹੈਗੀਆਂ ਇੱਥੇ ਸੋ ਉਸ ਪ੍ਰੋਗਰਾਮ ਦਾ ਤੁਸੀਂ ਫਾਇਦਾ ਲੈ ਸਕਦੇ ਹੋ ਐਂਡ ਤੁਸੀਂ ਮਿਡਲ ਈਸਟ ਦੇ ਵਿੱਚ ਐਸਟੈਬਲਿਸ਼ਡ ਹੈਗੇ ਹੋ ਦੁਬਈ ਦੇ ਵਿੱਚ ਐਸਟੈਬਲਿਸ਼ਡ ਹੈਗੇ ਹੋ ਇੰਡੀਆ ਦੇ ਵਿੱਚ ਪਾਕਿਸਤਾਨ ਦੇ ਵਿੱਚ ਕਿਸੇ ਹੋਰ ਮੁਲਕ ਦੇ ਵਿੱਚ ਐਸਟੈਬਲਿਸ਼ ਹੋ ਦਿਸ ਇਜ਼ ਅ ਪ੍ਰੋਗਰਾਮ ਦੈਟ ਕੈਨ ਐਕਚੁਅਲੀ ਵਰਕ ਫॉर ਯੂ ਬਟ ਇਹਦੇ ਵਾਸਤੇ ਵੀ ਅਸੀਂ ਕਹਿੰਦੇ ਹਾਂ ਕਿ ਪਹਿਲੇ ਆਪਣੀ ਡਿਟੇਲਸ ਸਾਡੇ ਨਾਲ ਸ਼ੇਅਰ ਕਰੋ ਵੀ ਵਿਲ ਐਵੈਲੂਏਟ ਯੂ ਐਂਡ ਟੈਲ ਯੂ ਕਿ ਕਿਹੜਾ ਪ੍ਰੋਗਰਾਮ ਤੁਹਾਡੇ ਵਾਸਤੇ ਬੈਸਟ ਵਰਕ ਕਰ ਸਕਦਾ ਹੁਣ ਇਹਦੇ ਵਿੱਚ ਤਰਨ ਜੀ ਆਉਣ ਵਾਸਤੇ ਵਰਕ ਪਰਮਿਟ ਤੇ ਨਾ ਤੇ ਤੁਹਾਨੂੰ ਡਿਗਰੀ ਅਸੈਸਮੈਂਟ ਦੀ ਲੋੜ ਹੈਗੀ ਹੈ ਸੋ ਐਜੂਕੇਸ਼ਨ ਦੀ ਕੋਈ ਰਿਕੁਆਇਰਮੈਂਟ ਨਹੀਂ ਹੈਗੀ ਆਈਲੈਟ ਦੀ ਕੋਈ ਰਿਕੁਆਇਰਮੈਂਟ ਨਹੀਂ ਹੈਗੀ ਸੋ ਲੈਂਗੁਏਜ ਸਕਿੱਲਸ ਦੀ ਵੀ ਕੋਈ ਰਿਕੁਆਇਰਮੈਂਟ ਨਹੀਂ ਹੈਗੀ ਓਨਲੀ ਥਿੰਗ ਇਜ਼ ਕਿ ਤੁਸੀਂ ਜਿਹੜੀ ਕੰਪਨੀ ਨਾਲ ਕੰਮ ਕਰ ਰਹੇ ਹੋ ਜੇ ਤੁਹਾਡੀ ਕੰਪਨੀ ਹੈ ਇਟ ਸ਼ੁੱਡ ਬੀ ਐਟਲੀਸਟ 3 years old ਸੋ ਇਹਦੇ ਲਈ 29 ਵਾਲੀ ਏਜ ਗੈਪ ਪਿਨ ਤੁਹਾਨੂੰ ਏਜ ਲਿਮਿਟ ਏਜ ਉਦੋਂ ਤੋਂ ਵੀ ਬਾਹਰ ਹੋ ਗਏ ਹੁਣ 1 ਸਾਲ ਬਾਅਦ ਤੁਹਾਡੀ PNP ਦੀ ਆਪਸ਼ਨਸ ਵੀ ਵਰਕ ਕਰ ਜਾਂਦੀਆਂ ਬਿਕੋਜ਼ ਜੇ ਤੁਸੀਂ ਵਾਈਸ ਪ੍ਰੈਜ਼ੀਡੈਂਟ ਲੈਵਲ ਤੇ ਜਾਂ ਡਾਇਰੈਕਟਰ ਲੈਵਲ ਤੇ ਆ ਰਹੇ ਹੋ ਤਾਂ 200 ਪੁਆਇੰਟਸ ਵੀ ਕਲੇਮ ਕਰ ਸਕਦੇ ਹੋ ਇਸ LMIA ਦੇ ਸੋ ਈਵਨ ਤੁਹਾਡੀ ਏਜ ਜ਼ਿਆਦਾ ਹੈਗੀ ਹੈ ਐਜੂਕੇਸ਼ਨ ਘੱਟ ਹੈਗੀ ਹੈ
ਤਾਂ ਵੀ ਤੁਸੀਂ PR ਲੈ ਸਕਦੇ ਹੋ ਇਸ ਪ੍ਰੋਗਰਾਮ ਦੇ ਵਿੱਚ। ਓਨਲੀ ਥਿੰਗ ਇਜ਼ ਕਿ ਅਸੀਂ ਇਵੈਲੂਏਟ ਐਸੇ ਵਾਸਤੇ ਤੁਹਾਨੂੰ ਕਰਦੇ ਹਾਂ ਕਿ ਇਵੈਂਚੁਅਲੀ ਲੌਂਗ ਟਰਮ ਦੇ ਵਿੱਚ ਕਿਹੜਾ ਪ੍ਰੋਗਰਾਮ ਤੁਹਾਨੂੰ ਪਰਮਨੈਂਟ ਰੈਜ਼ੀਡੈਂਸੀ ਦੇ ਕੋਲ ਲੈ ਕੇ ਜਾ ਰਿਹਾ ਹੈਗਾ। ਹੁਣ ਦਿਸ ਇਜ਼ ਇੰਟਰਾ ਕੰਪਨੀ ਟ੍ਰਾਂਸਫਰ। ਹੁਣ ਇਹਦੇ ਬਾਅਦ ਆ ਗਿਆ ਜੀ ਓਨਰ ਆਪਰੇਟਰ। ਓਨਰ ਆਪਰੇਟਰਸ ਦੇ ਵਿੱਚ ਤਰਨ ਜੀ ਅਸੀਂ ਦੇਖਦੇ ਹਾਂ ਕਿ ਤੁਸੀਂ ਕੈਨੇਡਾ ਆਏ, ਕੈਨੇਡਾ ਆ ਕੇ ਆਪਣਾ ਬਿਜ਼ਨਸ ਬਾਏ ਕੀਤਾ, ਉਸ ਬਿਜ਼ਨਸ ਨੂੰ ਮੈਨੇਜ ਕਰਨ ਵਾਸਤੇ, ਰਨ ਕਰਨ ਵਾਸਤੇ ਐਜ਼ ਐਨ ਓਨਰ ਟੂ ਆਪਰੇਟ ਦੈਟ ਬਿਜ਼ਨਸ ਤੁਸੀਂ ਅਪਲਾਈ ਕਰਦੇ ਹੋ LMIA। ਉਸ ਤੋਂ ਬਾਅਦ ਵਰਕ ਪਰਮਿਟ ਮਿਲਦਾ ਹੈ, ਤੁਸੀਂ ਆਪਣਾ ਬਿਜ਼ਨਸ ਰਨ ਕਰਦੇ ਹੋ, ਮੈਨੇਜ ਕਰਦੇ ਹੋ। ਹੁਣ ਇਹਦੇ ਵਿੱਚ ਤੁਸੀਂ ਆਹ ਦੇਖਣਾ ਹੈਗਾ ਕਿ ਤੁਹਾਨੂੰ ਜਿਹੜਾ LMIA ਗ੍ਰਾਂਟ ਹੋ ਰਿਹਾ ਜਾਂ ਵਰਕ ਪਰਮਿਟ ਗ੍ਰਾਂਟ ਹੋ ਰਿਹਾ ਉਹ ਕਿੰਨੇ ਪੁਆਇੰਟਸ ਦਾ ਵਰਕ LMIA ਹੈਗਾ। ਇਜ਼ ਇਟ ਗਿਵਿੰਗ ਯੂ 50 ਪੁਆਇੰਟਸ ਔਰ 200 ਪੁਆਇੰਟਸ, ਉਹ ਇਵੈਲੂਏਟ ਕਰਨਾ। ਸੋ ਜੇ ਤੇ ਉਹ 200 ਪੁਆਇੰਟਸ ਦਾ LMIA ਮਿਲ ਰਿਹਾ ਹੈਗਾ ਤਾਂ ਐਬਸੋਲੂਟਲੀ ਓਨਟਾਰੀਓ ਦੇ ਵਿੱਚ ਰਹਿ ਕੇ ਵੀ ਤੁਹਾਡੀ PR ਪੋਸੀਬਲ ਹੈਗੀ ਹੈ। ਹੁਣ ਜੇ 50 ਪੁਆਇੰਟਸ ਦਾ ਮਿਲ ਰਿਹਾ ਤੇ ਤੁਹਾਡੇ ਏਜ ਜ਼ਿਆਦਾ ਹੈਗੀ ਹੈ, ਲੈਂਗੁਏਜ ਦੇ ਵਿੱਚ ਉਹੋ ਜਿਹੇ ਬੈਂਡ ਨਹੀਂ ਲੈ ਸਕਦੇ, ਤੇ ਫਿਰ PR ਨਹੀਂ ਪੋਸੀਬਲ ਹੋਗੀ। ਤੁਸੀਂ ਵਰਕ ਪਰਮਿਟ ਆਪਣਾ ਸਾਲ 2 ਸਾਲ ਬਾਅਦ ਰੀਨਿਊ ਕਰਦੇ ਰਹੋਗੇ। ਜੀ ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਹਾਂਜੀ, ਅਸੀਂ ਬਰੈਂਪਟਨ ਤੋਂ ਬੋਲਦੇ ਹਾਂ ਜੀ। ਹਾਂਜੀ। ਸਾਡੇ ਗ੍ਰੈਂਡਫਾਦਰ ਦੀ ਐਪਲੀਕੇਸ਼ਨ ਲੱਗੀ ਸੀਗੀ 20 ਚ। ਤੇ ਹੁਣ ਉਹਨਾਂ ਦਾ ਮੈਡੀਕਲ ਵੀ ਹੋ ਗਿਆ ਤੇ 5 ਮਹੀਨੇ ਹੋ ਗਏ ਮੈਡੀਕਲ ਹੋਏ ਨੂੰ, ਤੇ PC ਰਿਪੋਰਟ ਵੀ ਹੋਈ ਵੀ ਆ। ਹਾਂਜੀ, ਉਹ ਸਾਡੇ ਕੋਲ ਹੀ ਰਹਿ ਰਹੇ ਆ ਇੱਥੇ। 2020 ਚ ਲੱਗੀ ਸੀ ਫਾਈਲ? ਹਾਂਜੀ, 2020 ਚ ਲੱਗੀ ਸੀ ਲਾਟਰੀ ਸੈਸ਼ਨ। ਜੀ ਸਰ, ਕੁਝ ਪੁੱਛਣਾ ਹੈ ਸਭੀ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਥੈਂਕ ਯੂ ਸੋ ਮਚ, ਤੁਸੀਂ ਪ੍ਰੋਗਰਾਮ 'ਚ ਕਾਲ ਕੀਤੀ ਹੈ ਜੀ। ਸਰ ਭੈਣ ਜੀ ਵੇਟ ਕਰੋ, ਕੁਛ ਕਰਨ ਦੀ ਲੋੜ ਨਹੀਂ ਹੈਗੀ, ਤੁਹਾਡਾ ਵਿਦਿਨ ਪੀਰੀਅਡ ਹੀ ਟਾਈਮ ਚੱਲ ਰਿਹਾ, ਸਟੈਂਡਰਡ ਟਾਈਮ ਪੀਰੀਅਡ ਜਿਹੜਾ ਹੈਗਾ ਉਹਦੇ ਵਿੱਚ ਹੀ ਹੈਗਾ। ਯੂ ਆਰ ਵੈਲ ਵਿਦਿਨ ਦਾ ਟਾਈਮ। ਜੀ ਬਿਲਕੁਲ ਸਰ, ਜਿਵੇਂ ਤੁਸੀਂ ਗੱਲ ਕਰ ਰਹੇ ਸੀਗੇ ਕਿ ਓਨਟਾਰੀਓ ਦੇ ਵਿੱਚ ਇਹ ਥੋੜਾ ਜਿਹਾ ਮੁਸ਼ਕਿਲ ਹੋ ਸਕਦੀ ਹੈ ਆਪਸ਼ਨਸ, ਤੇ ਜਿਹੜੇ ਵਿਜ਼ਟਰਸ ਆਏ ਹੋਏ ਨੇ ਇੱਥੇ ਕੀ ਇਸ ਚੀਜ਼ ਦਾ ਉਹ ਫਾਇਦਾ ਲੈ ਸਕਦੇ ਨੇ? 100% ਤਰ੍ਹਾਂ ਜੀ, ਜਿਹੜਾ ਵੀ ਕੋਈ ਵਿਜ਼ਿਟਰ ਇਸ ਟਾਈਮ ਕੈਨੇਡਾ ਦੇ ਵਿੱਚ ਹੈਗਾ ਆ, ਜੇ ਉਹ ਕੋਈ ਬਿਜ਼ਨਸ ਬਾਏ ਕਰਦੇ ਨੇ ਐਬਸੋਲੂਟਲੀ ਉਹ ਵਰਕ ਪਰਮਿਟ ਲੈ ਸਕਦੇ ਨੇ। ਐਂਡ ਇਹਦੇ ਓਨਰ ਆਪਰੇਟਰ ਦੇ ਵਿੱਚ ਜਿਹੜਾ ਵਿਜ਼ਟਰ ਹੈਗਾ ਜਾਂ ਜਿਹੜਾ ਐਪਲੀਕੈਂਟ ਹੈਗਾ ਉਹਦੇ ਕੋਲ ਮਿਨੀਮਮ 51% ਸਟੇਕਸ ਜ਼ਰੂਰ ਹੋਣੇ ਚਾਹੀਦੇ, ਮਤਲਬ ਕੰਟਰੋਲਿੰਗ ਸਟੇਕਸ ਉਹਨਾਂ ਦੇ ਕੋਲ ਹੋਣੇ ਚਾਹੀਦੇ ਨੇ। ਜੇ ਕੰਟਰੋਲਿੰਗ ਸ਼ੇਅਰ ਹੋਲਡਿੰਗ ਉਹਨਾਂ ਦੇ ਕੋਲ ਹੈਗੀ ਐਬਸੋਲੂਟਲੀ ਦਿਸ ਇਜ਼ ਅ ਪ੍ਰੋਗਰਾਮ ਦੈਟ ਕੈਨ ਵਰਕ ਫॉर ਯੂ। ਹੁਣ ਓਨਰ ਆਪਰੇਟਰ ਦੇ ਵਿੱਚ ਵੀ ਅਸੀਂ ਤੁਰੰਤ ਸੁਜੈਸਟ ਕਰਦੇ ਹਾਂ ਕਿ ਓਨਰ ਆਪਰੇਟਰ ਨੂੰ ਵੀ ਤੁਸੀਂ ਕਿਸ ਤਰ੍ਹਾਂ ਯੂਜ਼ ਕਰੋ। 50 ਪੁਆਇੰਟਸ ਦਾ LMI ਲੈ ਕੇ ਵੀ ਤੁਸੀਂ ਪਰਮਾਨੈਂਟ ਰੈਜ਼ੀਡੈਂਸੀ ਲੈ ਸਕਦੇ ਹੋ, ਬਟ ਹੋ ਸਕਦਾ ਤੁਹਾਨੂੰ ਓਨਟਾਰੀਓ ਛੱਡਣਾ ਪਵੇ। ਸੋ ਤੁਹਾਨੂੰ ਮੋਹ ਦੇਖਣਾ ਪਏਗਾ ਕਿ ਮੈਂ ਆਪਣੇ ਰਿਸ਼ਤੇਦਾਰਾਂ ਦੇ ਕੋਲ, ਦੋਸਤਾਂ ਦੇ ਵਿੱਚ ਰਹਿਣਾ ਆ, ਜਾਂ ਮੇਰੀ ਪ੍ਰਾਇੋਰਟੀ ਆਪਣੇ ਵਾਸਤੇ ਤੇ ਆਪਣੇ ਬੱਚਿਆਂ ਵਾਸਤੇ ਪਰਮਾਨੈਂਟ ਰੈਜ਼ੀਡੈਂਸੀ ਲੈ ਕੇ ਦੇਣੀ ਹੈਗੀ। ਸੋ ਆਹ ਪ੍ਰਾਇੋਰਟੀ ਤੁਹਾਨੂੰ ਡਿਸਾਈਡ ਕਰਨੀ ਪਏਗੀ। ਰਿਸ਼ਤੇਦਾਰਾਂ ਨੇ PR ਨਹੀਂ ਨਾ ਲੈ ਕੇ ਦੇਣੀ। ਸੋ ਜਿਹੜੀ ਪ੍ਰੋਵਿੰਸ 'ਚ PR ਮਿਲਦੀ ਹੈ। ਸਰ ਫੋਰਥ ਆਪਸ਼ਨ ਕਿਹੜਾ ਸੀ? ਤੁਸੀਂ 3 ਆਪਸ਼ਨਸ ਦਾ ਦਿੱਤੇ ਆ। ਫੋਰਥ ਹੈਗਾ ਜੀ ਪ੍ਰੋਵਿੰਸ਼ੀਅਲ ਨੋਮੀਨੀ PNP ਐਂਟਰਪ੍ਰੀਨਿਓਰ। ਸੋ ਹਰ ਪ੍ਰੋਵਿੰਸ ਦਾ ਆਪਣਾ ਆਪਣਾ ਪ੍ਰੋਗਰਾਮ ਹੈਗਾ, ਬਟ ਉਹਦੇ ਵਿੱਚ ਵੀ ਤੁਹਾਨੂੰ ਦੇਖਣਾ ਪੈਂਦਾ ਆ ਐਜ਼ ਐਨ ਐਪਲੀਕੈਂਟ। ਅਸੀਂ ਦੇਖਦੇ ਹਾਂ, ਇਵੈਲੂਏਟ ਕਰਦੇ ਹਾਂ ਕਿ ਜੇ ਇਹ ਐਪਲੀਕੈਂਟ ਇਸ ਪ੍ਰੋਵਿੰਸ ਦੇ ਵਿੱਚ ਜਾ ਰਿਹਾ ਤੇ ਇਸ ਪਰਮਾਨੈਂਟ ਰੈਜ਼ੀਡੈਂਸੀ ਇਹਨਾਂ ਨੂੰ ਮਿਲ ਰਹੀ ਹੈ ਜਾਂ ਨਹੀਂ ਮਿਲ ਰਹੀ। ਸੋ ਉਹ ਚੀਜ਼ਾਂ ਨੂੰ ਇਵੈਲੂਏਟ ਅਸੀਂ ਪਹਿਲੇ ਕਰ ਲੈਂਦੇ ਹਾਂ, ਐਂਡ ਦੈਟ ਇਜ਼ ਹਾਊ ਵੀ ਸੁਜੈਸਟ। ਅਸੀਂ PNP ਤੋਂ ਥੋੜ੍ਹਾ ਜਿਹਾ ਦੂਰ ਕਰਦੇ ਰਹਿੰਦੇ ਹਾਂ। ਉਹਦਾ ਰੀਜ਼ਨ ਹੈ ਕਿ PNP ਦਾ ਕੋਟਾ ਹੈਗਾ ਤਰਨ ਜੀ, ਕਿਸੇ ਪ੍ਰੋਵਿੰਸ ਦਾ ਕੋਟਾ 50 ਐਪਲੀਕੇਸ਼ਨ ਦਾ ਹੈਗਾ, ਬਿਜ਼ਨਸ ਐਪਲੀਕੇਸ਼ਨ ਦਾ ਕਿਸੇ ਦਾ 100 ਦਾ, ਕਿਸੇ ਦਾ 110 ਦਾ। ਸੋ ਜੇ ਅਸੀਂ ਕੋਟਿਆਂ ਦੇ ਵਿੱਚ ਫਸਣਾ ਆ ਤੇ ਤੁਹਾਡੀ ਐਪਲੀਕੇਸ਼ਨ ਬਾਕੀਆਂ ਨਾਲ ਕੰਪੀਟ ਹੋਣੀ ਹੈ, ਤੇ ਇਟਸ ਬੈਟਰ ਕਿ ਅਸੀਂ ਵੀ ਗੋ ਇਨਟੂ ਅ ਪ੍ਰੋਗਰਾਮ ਜਿੱਥੇ ਤੁਹਾਨੂੰ ਕੰਪੀਟੀਸ਼ਨ ਨਾ ਮਿਲੇ। ਜਿਹੜੇ ਪਹਿਲੇ 3 ਪ੍ਰੋਗਰਾਮਸ ਤੁਸੀਂ ਦੱਸਿਆ ਨਾ, ਤੇ ਉੱਤੇ ਕੋਈ ਕੈਪ ਵਗੈਰਾ ਤਾਂ ਨਹੀਂ ਹੈ? ਕੋਈ ਕੈਪ ਨਹੀਂ, ਕੋਈ ਕੈਪ ਨਹੀਂ ਹੈ। ਤੇ ਸਰ ਸਮਾਂ ਲਗਭਗ ਇਜਾਜ਼ਤ ਲੈਣ ਵੱਲ ਨੂੰ ਅੱਗੇ ਵਧ ਰਿਹਾ ਵਾ। ਜਿਹੜੇ ਦਰਸ਼ਕ ਇਸ ਵਕਤ ਤੁਹਾਨੂੰ ਦੇਖ ਰਹੇ ਨੇ, ਤੁਹਾਡੇ ਕੋਲ ਕੋਈ ਜੌਬ ਓਪਨਿੰਗਸ ਵਗੈਰਾ ਹੁੰਦੀਆਂ ਨੇ, ਇਸ ਵਾਰੀ ਕੁਝ ਹੈ ਤੁਹਾਡੇ ਕੋਲ? ਜੀ ਤਰਨ ਜੀ, ਕੋਈ ਵੀ ਦੋਸਤ ਕੈਨੇਡਾ ਦੇ ਵਿੱਚ ਵਿਜ਼ਿਟ ਵੀਜ਼ਾ ਤੇ ਆਏ ਹੋਏ ਹੋ and you are looking for options to settle in Canada, ਤੇ ਇੱਕ ਵਾਰੀ ICC ਨਾਲ ਸਾਨੂੰ ਜ਼ਰੂਰ ਕੰਟੈਕਟ ਕਰੋ। we do have openings in hospitality sector at this moment, so ਇਨਫੋਰਮੇਸ਼ਨ ਲੈਣ ਵਾਸਤੇ ਸਾਨੂੰ ਕਾਲ ਕਰ ਸਕਦੇ ਹੋ। ਐਂਡ ਇੱਕ ਚੀਜ਼ ਜ਼ਰੂਰ ਕਹੂੰਗਾ ਜਾਣ ਤੋਂ ਪਹਿਲਾਂ, ਜਿੰਨੇ ਵੀ ਇੰਟਰਨੈਸ਼ਨਲ ਸਟੂਡੈਂਟਸ ਹੈਗੇ ਨੇ ਜਿਹੜੇ ਪੜ੍ਹਾਈ ਕਰ ਚੁੱਕੇ ਨੇ, ਗ੍ਰੇਡ 12 ਕਰਕੇ ਆਏ ਸੀਗੇ, ਸਿਰਫ TR to PR ਦੀ ਵੇਟ ਕਰ ਰਹੇ ਹੋ, 1 ਸਾਲ ਨਿਕਲ ਗਿਆ ਜਾਂ 6 ਮਹੀਨੇ ਨਿਕਲ ਗਿਆ, ਪ੍ਰੈਕਟੀਕਲੀ ਗਰਾਊਂਡ ਤੇ ਆ ਕੇ ਅੱਜ ਦੀ ਤਰੀਕ ਦੇ ਵਿੱਚ ਆਪਣੇ ਕੰਸਲਟੈਂਟ ਲਾਇਰ ਕੋਲ ਬੈਠ ਕੇ ਡਿਸਕਸ ਕਰੋ, ਜਾਂ ਜਾ ਕੇ ਡਿਸਕਸ ਕਰੋ ਕਿ ਅੱਜ ਦੀ ਤਰੀਕ ਦੇ ਵਿੱਚ ਕਿਹੜਾ ਪ੍ਰੋਗਰਾਮ ਤੁਹਾਡੇ ਵਾਸਤੇ ਵਰਕ ਕਰੇਗਾ। TR to PR ਦੀ ਵੇਟ ਕਰਦੇ ਹਾਂ, ਜੇ 6-8 ਮਹੀਨੇ ਜਾਂ ਸਾਲ ਨਿਕਲ ਗਿਆ ਤੁਹਾਡਾ, ਤੇ ਯੂ ਵਿਲ ਬੀ ਇਨ ਅ ਬੈਡ ਸਪੌਟ ਐਟ ਦੈਟ ਪੁਆਇੰਟ ਆਫ ਟਾਈਮ। ਸੋ ਆਪਣੇ ਮਾਪਿਓ ਦੀ ਮਿਹਨਤ, ਆਪਣੀ ਮਿਹਨਤ ਦੇ ਉੱਤੇ ਸਦਕਾ ਉਸ ਚੀਜ਼ ਦੇ ਉੱਤੇ ਵੇਟ ਨਾ ਕਰੀ ਜਾਓ। ਕਹਿੰਦੇ ਆ ਬਰਡ ਇਨ ਹੈਂਡ ਇਜ਼ ਬੈਟਰ ਦੈਨ 2 ਇਨ ਦਾ ਬੁਸ਼। ਜੇ ਉੜਦੀਆਂ ਚਿੜੀਆਂ ਨੂੰ ਨਾ ਗਿਣੀ ਜਾਓ ਜਾਂ ਫੜੀ ਜਾਓ,
ਜਿਹੜੀਆਂ ਚਿੜੀਆਂ ਤੁਹਾਡੇ ਸਾਹਮਣੇ ਹੈਗੀਆਂ ਉਹਨਾਂ ਦੇ ਉੱਤੇ ਕੰਮ ਕਰੋ ਜੀ। ਜੀ ਬਿਲਕੁਲ। ਤੇ ਸਰ ਇੱਕ BC ਦਾ ਸਕਿੱਲ ਪ੍ਰੋਗਰਾਮ ਇਮੀਗ੍ਰੇਸ਼ਨ ਜਿਹੜਾ ਰਜਿਸਟ੍ਰੇਸ਼ਨ ਪ੍ਰੋਗਰਾਮ ਆ ਉਹ ਕਿਉਂ ਪੌਜ਼ ਕੀਤਾ ਗਿਆ ਵਾ? ਤਰਨ ਜੀ ਚੇਂਜਸ ਆ ਰਹੀਆਂ ਹੈਗੀਆਂ ਜੀ ਨੌਕ ਕੋਡ ਦੇ ਵਿੱਚ। ਸੋ ਨੌਕ ਕੋਡ ਤੋਂ ਅਸੀਂ ਟੀਅਰ ਸਿਸਟਮ ਦੇ ਵਿੱਚ ਜਾ ਰਹੇ ਹਾਂ। ਸੋ ਟੀਅਰ ਸਿਸਟਮ ਦੇ ਵਿੱਚ ਜਿਹੜੀ ਇੰਪਲੀਮੈਂਟੇਸ਼ਨ ਹੈਗੀ ਉਹ 16 ਨਵੰਬਰ ਔਨਵਰਡਸ ਹੈਗੀ ਹੈ। ਸੋ ਐਸੇ ਵਾਸਤੇ ਇਹ ਪ੍ਰੋਗਰਾਮ ਹਾਲਟ ਕੀਤੇ ਗਏ ਨੇ, ਪੌਜ਼ ਕੀਤੇ ਗਏ ਨੇ BC ਦੇ, ਤਾਂ ਕਿ ਉਹ ਚੇਂਜਸ ਨੂੰ ਸਿਸਟਮ ਦੇ ਵਿੱਚ ਅਮਾਲਗੇਮੇਟ ਪੁੱਟ ਇਨ ਕਰ ਸਕਣ ਜੀ। ਜੀ ਬਿਲਕੁਲ ਸਰ। ਤੁਹਾਡੇ ਨਾਲ ਕੰਟੈਕਟ ਕਰਨਾ ਹੋਵੇ ਕਦੋਂ ਕਿਵੇਂ ਕਿੱਥੇ ਕਰ ਸਕਦੇ ਨੇ? ਸਾਡਾ ਫੋਨ ਨੰਬਰ ਹੈਗਾ ਜੀ 9054612424। ਈਮੇਲ ਆਈਡੀ ਹੈਗਾ ਸਾਡਾ info@iccimmigration.ca ਐਂਡ WhatsApp ਨੰਬਰ ਹੈਗਾ ਸਾਡਾ 6478509000। ਐਂਡ ਜਿੰਨੇ ਵੀ ਇੰਟਰਨੈਸ਼ਨਲ ਸਟੂਡੈਂਟਸ ਇੱਥੇ ਕੈਨੇਡਾ ਦੇ ਵਿੱਚ ਹੈਗੇ ਨੇ, ਤੁਸੀਂ ਅਕ੍ਰੋਸ ਕੈਨੇਡਾ ਕਿਸੇ ਵੀ EMPLOYER ਨਾਲ ਕੰਮ ਕਰ ਰਹੇ ਹੋ, LMIA ਦੀ ਤੁਹਾਨੂੰ ਲੋੜ ਹੈਗੀ ਹੈ, PNP ਦੇ ਵਿੱਚ ਹੈਲਪ ਦੀ ਲੋੜ ਹੈ, ਤੇ ਕੰਟੈਕਟ ICC, ਵੀ ਵਿਲ ਗਿਵ ਯੂ ਸਟ੍ਰੇਟ ਫਾਰਵਰਡ ਐਡਵਾਈਸ ਐਂਡ ਤੁਹਾਡੇ EMPLOYERS ਨੂੰ ਵੀ ਅਸੀਂ ਹੈਲਪ ਕਰ ਸਕਾਂਗੇ ਟੂ ਪ੍ਰੋਸੈਸ ਦੋਜ਼ ਐਪਲੀਕੇਸ਼ਨਸ। ਥੈਂਕ ਯੂ ਸੋ ਮਚ ਸਰ ਪ੍ਰੋਗਰਾਮ ਚਾਉਣ ਲਈ। ਥੈਂਕ ਯੂ ਤਰਨ ਜੀ, ਆਲਵੇਜ਼ ਅ ਪਲੇਜ਼ਰ। ਸੋ ਦੋਸਤੋ, ਅਸੀਂ ਸਾਡਾ ਪ੍ਰੋਗਰਾਮ ਇਮੀਗ੍ਰੇਸ਼ਨ ਮੈਟਰ, ਸਾਨੂੰ ਹੁਣ ਵੀ ਕਾਫੀ ਕਾਲਸ ਆ ਰਹੀਆਂ ਨੇ, ਅਸੀਂ ਮੁਆਫੀ ਚਾਹਾਂਗੇ ਜੀ, ਸਮਾਂ ਘੱਟ ਹੋਣ ਦੇ ਚੱਲਦਿਆਂ ਕਾਲਸ ਨਹੀਂ ਲੈ ਸਕਦੇ। ਹੁਣ ਤੁਸੀਂ ICC ਇਮੀਗ੍ਰੇਸ਼ਨ ਨੂੰ ਡਾਇਰੈਕਟਲੀ ਕਾਲ ਕਰ ਸਕਦੇ ਹੋ। ਫਿਲਹਾਲ ਪ੍ਰੋਗਰਾਮ ਦੇਖਣ ਲਈ ਬਹੁਤ ਬਹੁਤ ਧੰਨਵਾਦ। ਦੇਖਦੇ ਰਹੋ ਹਮਦਰਦ TV। ਸਤਿ ਸ਼੍ਰੀ ਅਕਾਲ।